ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੱਜ ਇਸ ਮਹੀਨੇ ਦੀ ਆਰੰਭਤਾ ਨੂੰ ਲੈ ਕਰਕੇ ਉਪਦੇਸ਼ ਵਜੋਂ ਪਾਵਨ ਬਚਨ ਸਾਡੀ ਝੋਲੀ ਵਿੱਚ ਪਾਏ ਨੇ। ਉਸ ਉਪਦੇਸ਼ ਨੂੰ, ਸਾਹਿਬ ਦੇ ਪਾਵਨ ਬੋਲਾਂ ਨੂੰ ਆਪਾਂ ਸਤਿਗੁਰੂ ਜੀ ਕੀ ਬਖਸ਼ੀ ਮਤ ਸਦਕਾ ਵਿਚਾਰਨ ਦੀ ਕੋਸ਼ਿਸ਼ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। 12 ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਭੂਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਿ ਨਾਮ। ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ 12 ਮਾਹ ਬਾਣੀ ਦੇ ਸਿਰਲੇਖ ਹੇਠ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 135 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਲ ਜੁੜਨ ਵਾਸਤੇ ਸਿੱਖਿਆ ਦੇ ਰਹੇ ਨੇ ਔਰ ਨਾਲ ਸਮਝਾ ਰਹੇ ਨੇ ਕਿ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਅਸੀਂ ਆਸਰਾ ਲੈਂਦੇ ਹਾਂ, ਸਹਾਰਾ ਲੈਂਦੇ ਹਾਂ, ਉਹ ਪਰਮੇਸ਼ਵਰ ਸਾਡੇ ਕੋਲ ਹੋਵੇ ਤੇ ਫਿਰ ਕਿਸੇ ਤਰ੍ਹਾਂ ਵੀ ਪਾਲਾ ਵਿਕਾਰ ਜਿਹੜੇ ਨੇ ਉਹ ਸਾਨੂੰ ਨਹੀਂ ਪਾਉਂਦੇ।
ਇਉਂ ਕਹਿ ਸਕਦੇ ਹਾਂ ਵੀ ਜਦੋਂ ਰੱਬ ਜੀ ਦਾ ਉਪਦੇਸ਼, ਰੱਬ ਜੀ ਦੀਆਂ ਸਿੱਖਿਆਵਾਂ ਔਰ ਉਹ ਪਰਮੇਸ਼ਵਰ ਜੀ ਦਾ ਨਿਰਮਲ ਭਾਉ ਸਾਡੇ ਕੋਲ ਹੋਵੇ, ਉਹਨਾਂ ਦੇ ਸਦਕਾ ਅਸੀਂ ਵਿਕਾਰਾਂ ਵਾਲੇ ਪਾਸੇ ਤੋਂ ਜਾਣ ਤੋਂ ਰੁਕ ਜਾਈਦਾ ਹੈ, ਵਿਕਾਰਾਂ ਦੀ ਇਹ ਪਾਲੇ ਤੋਂ ਬਚ ਜਾਈਦਾ ਹੈ ਔਰ ਪ੍ਰਭੂ ਜੀ ਦੇ ਮਿਲਾਪ ਦਾ ਅਸੀਂ ਸੁੱਖ ਮਾਣਦੇ ਹਾਂ। ਅਕਸਰ ਜਦੋਂ ਸਮਾਜ ਵਿੱਚ ਵਿਚਰੀਏ ਤੇ ਇੱਕ ਗੱਲ ਸਮਝ ਆਉਂਦੀ ਹੈ ਕਿ ਜਿਹੜਾ ਬੱਚਾ, ਜਿਹੜਾ ਬਾਲਕ ਆਪਣੇ ਮਾਂ-ਬਾਪ ਦੇ ਉਪਦੇਸ਼ ਸਦਕਾ ਚੱਲਦਾ ਹੈ, ਉਹ ਤੇ ਉਹਨਾਂ ਦੇ ਨਾਲ ਰਹਿਣ ਦਾ ਸੁੱਖ ਵੀ ਮਾਣਦਾ ਤੇ ਉਹਨਾਂ ਦੇ ਮਿਲਾਪ ਦਾ ਸੁੱਖ ਵੀ ਮਾਣਦਾ ਹੈ। ਪਰ ਜਿਹੜਾ ਉਹਨਾਂ ਦੇ ਉਪਦੇਸ਼ ਤੋਂ ਮੁਨਕਰ ਹੋ ਜਾਏ, ਉਹਨਾਂ ਦੇ ਅਨੁਸਾਰੀ ਚੱਲਣ ਤੋਂ ਇਨਕਾਰੀ ਹੋ ਜਾਏ, ਫਿਰ ਉਹ ਨਾ ਤੇ ਮਿਲਾਪ ਦਾ ਸੁੱਖ ਮਾਣਦਾ ਹੈ, ਨਾ ਉਹਨਾਂ ਦੇ ਨਾਲ ਰਹਿਣ ਦਾ ਸੁੱਖ ਮਾਣਦਾ ਹੈ, ਸਗੋਂ ਸਮਾਜ ਵਿਚਲੇ ਕਈ ਤਰ੍ਹਾਂ ਦੇ ਦੁਰਵਿਹਾਰ ਦਾ ਵੀ ਉਹਨੂੰ ਸਾਹਮਣਾ ਕਰਨਾ ਪੈਂਦਾ। ਇੱਕ ਮਾਂ-ਬਾਪ ਦੇ ਮਿਲਾਪ ਦੇ ਸੁੱਖ ਸਦਕਾ, ਮੇਲ ਸਦਕਾ, ਉਹਨਾਂ ਕੋਲ ਰਹਿਣ ਸਦਕਾ ਬੱਚਾ ਹਰ ਖੁਸ਼ੀ, ਹਰ ਆਨੰਦ ਨੂੰ ਮਾਣਦਾ ਹੈ, ਹਰ ਪ੍ਰਸੰਨਤਾ ਨੂੰ ਮਾਣਦਾ ਹੈ। ਪਰ ਜੇ ਮੁਨਕਰ ਹੋ ਜਾਏ ਤੇ ਫਿਰ ਉਹਨਾਂ ਦੇ ਮਿਲਾਪ ਦਾ ਸੁੱਖ ਤੇ ਨਹੀਂ, ਸਗੋਂ ਵਿਛੜਨ ਦਾ ਦੁੱਖ ਔਰ ਸਮਾਜ ਵਿਚਲੇ ਦੁਰਵਿਹਾਰ ਦਾ ਸਾਹਮਣਾ ਉਹਨੂੰ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਅੱਜ ਜਿਹੜਾ ਸਤਿਗੁਰੂ ਜੀ ਨੇ ਪਾਵਨ ਬਚਨ ਦਿੱਤਾ ਹੈ, ਇਹਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਰੂਪ ਪਤੀ ਦੀ ਬਾਤ ਕਰਦੇ ਹਾਂ। ਸਾਨੂੰ ਜੀਵ ਰੂਪ ਇਸਤਰੀਆਂ ਨੂੰ ਸਮਝਾਇਆ ਵੀ ਜੇ ਪਤੀ ਅਨੁਸਾਰ ਚੱਲੀਏ ਤੇ ਫਿਰ ਜ਼ਿੰਦਗੀ ਆਨੰਦਮਈ ਹੈ, ਪਰ ਜੇ ਉਹਦੇ ਤੋਂ ਮੁਨਕਰ ਹੋ ਜਾਈਏ ਜਾਂ ਉਹਦੇ ਅਨੁਸਾਰੀ ਚੱਲਣ ਤੋਂ ਅਸੀਂ ਮੁਨਕਰ ਹੋ ਜਾਈਏ, ਫਿਰ ਜ਼ਿੰਦਗੀ ਪ੍ਰਸੰਨਤਾ ਭਰੀ ਨਹੀਂ, ਫਿਰ ਸਮਾਜ ਵਿਚਲੇ ਦੁਰਵਿਹਾਰ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਜਿੱਥੇ ਸਮਾਜ ਵਿਚਲੇ ਦੁਰਵਿਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਸਾਡੀ ਜ਼ਿੰਦਗੀ ਵਿਚਲੇ ਵਿਕਾਰਾਂ ਦਾ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਵਿਕਾਰਾਂ ਦੇ ਜਿਹੜਾ ਅਧੀਨ ਰਹਿ ਕੇ ਜਾਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਅਸੀਂ ਆਪਣਾ ਜੀਵਨ ਜਿਹੜਾ ਉਹਨੂੰ ਬਾਦ ਗਵਾ ਲਈਦਾ ਹੈ, ਵਿਅਰਥ ਗਵਾ ਲਈਦਾ ਹੈ। ਔਰ ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਮਾਲਕ ਕਹਿੰਦੇ ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹ। ਨਾਹ ਮਤਲਬ ਖਸਮ, ਪਤੀ ਪਰਮੇਸ਼ਵਰ। ਪੋਖ, ਪੋਹ ਦਾ ਮਹੀਨਾ, ਪੋਖ ਦੇ ਮਹੀਨੇ ਵਿੱਚ ਤੁਖਾਰ, ਤੁਖਾਰ ਕਿਹਾ ਜਾਂਦਾ ਹੈ ਪਾਲੇ ਨੂੰ, ਸਰਦੀ ਨੂੰ, ਠੰਡ ਨੂੰ। ਨਾ ਵਿਆਪਈ, ਕਹਿੰਦੇ ਪੋਖ ਦੇ ਮਹੀਨੇ ਵਿੱਚ ਪਾਲਾ ਨਹੀਂ ਵਿਆਪਦਾ, ਠੰਡ ਨਹੀਂ ਵਿਆਪਦੀ। ਕੰਠ ਮਿਲਿਆ ਹਰ ਨਾਹ, ਜੇ ਕਿਤੇ ਅਸੀਂ ਰੱਬ ਜੀ ਦੇ ਪਰਮੇਸ਼ਵਰ ਰੂਪ ਪਤੀ ਦੇ ਗਲ ਨਾਲ ਲੱਗ ਜਾਈਏ, ਜਾਂ ਇਉਂ ਕਹਿ ਲਈਏ ਜੇ ਹਰੀ ਪਿਆਰਾ ਪਰਮੇਸ਼ਵਰ ਸਾਡੇ ਗਲ ਨਾਲ ਲੱਗਿਆ ਹੋਵੇ, ਅਸੀਂ ਉਹਨੂੰ ਗਲ ਨਾਲ ਲਾਇਆ ਹੋਵੇ, ਤੇ ਫਿਰ ਕਿਸੇ ਪ੍ਰਕਾਰ ਵੀ ਸਾਨੂੰ ਤੁਖਾਰ ਨਹੀਂ ਵਿਆਪਦਾ। ਹੁਣ ਇੱਥੇ ਤੁਖਾਰ ਤੋਂ ਭਾਵ ਜੇ ਅਖਰੀ ਅਰਥ ਕਰਦੇ ਹਾਂ ਤੇ ਫਿਰ ਇਹ ਪਾਲਾ। ਪਰ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ ਅਸੀਂ ਆਪਣੀਆਂ ਜ਼ਿੰਦਗੀਆਂ, ਆਪਣੇ ਜੀਵਨਾਂ ਵਿੱਚ ਤਪ ਰਹੇ ਹਾਂ, ਤਪਸ਼ ਦੇ ਅਧੀਨ ਹਾਂ, ਸਾਨੂੰ ਠੰਡਕ ਚਾਹੀਦੀ ਹੈ। ਠੰਡਕ ਤੋਂ ਭਾਵ ਸ਼ਾਂਤੀ, ਸਕੂਨ ਚਾਹੀਦਾ ਹੈ। ਇੱਥੇ ਨਾ ਤੇ ਉਸ ਠੰਡਕ ਦੀ ਬਾਤ ਹੈ, ਨਾ ਹੀ ਉਸ ਸਕੂਨ ਦੀ ਬਾਤ ਹੈ। ਇੱਥੇ ਜਿਹੜੀ ਗੱਲ ਚੱਲ ਰਹੀ ਹੈ ਸਤਿਗੁਰੂ ਜੀ, ਤੁਖਾਰ ਤੋਂ ਭਾਵ ਹੈ ਪਾਲਾ, ਪਰ ਪਾਲਾ ਉਹ ਜਿਹੜਾ ਗੁਰੂ ਤੋਂ, ਪਰਮੇਸ਼ਵਰ ਤੋਂ ਮੁੱਖ ਮੋੜ ਕੇ ਜੀਵ ਨੂੰ ਆਪਣੀ ਜ਼ਿੰਦਗੀ ਵਿੱਚ ਵਿਕਾਰਾਂ ਰੂਪ ਪਾਲਾ ਲੱਗਦਾ ਨਾ, ਸਤਿਗੁਰੂ ਉਸ ਪਾਲੇ ਦੀ ਗੱਲ ਕਰ ਰਹੇ।
ਮਤਲਬ ਇਉਂ ਕਹਿ ਸਕਦੇ ਆ ਕਿ ਪਰਮੇਸ਼ਵਰ ਰੂਪ ਪਤੀ ਤੋਂ ਬਿਨਾ ਜੀਵ ਵਿਕਾਰਾਂ ਦੇ ਅਧੀਨ ਰਹਿ ਕੇ ਜਿਹੜਾ ਆਪਣਾ ਜੀਵਨ ਗੁਜ਼ਾਰਦਾ, ਬਾਦ ਗਵਾਉਂਦਾ ਨਾ ਜੀਵਨ, ਉਸ ਪਾਲੇ ਦੀ ਗੱਲ ਕਰ ਰਹੇ ਨੇ ਕਿ ਜੇ ਰੱਬ ਜੀ ਦੀ ਬਖਸ਼ਿਸ਼ ਤੋਂ ਵੱਖਰਾ ਹੋ ਜਾਏ ਜਾਂ ਰੱਬ ਜੀ ਦੀ ਬਖਸ਼ਿਸ਼ ਤੋਂ ਮੁਨਕਰ ਹੋ ਜਾਏ, ਰੱਬ ਤੋਂ ਬਿਨਾ ਜੀਵਨ ਗੁਜ਼ਾਰਨ ਦਾ ਤੂੰ ਸੋਚੇ ਵੀ ਜਾਂ ਯਤਨ ਵੀ ਕਰੇ, ਕੋਸ਼ਿਸ਼ ਵੀ ਕਰੇ, ਤੇ ਖਿਆਲ ਰੱਖੀ ਮਨੁੱਖਾ, ਤੈਨੂੰ ਆਪਣੇ ਜੀਵਨ ਅੰਦਰ ਵਿਕਾਰਾਂ ਰੂਪੀ ਪਾਲਾ ਪੋਹੇਗਾ। ਪਰ ਜੇ ਰੱਬ ਤੇਰੇ ਗਲ ਨਾਲ ਹੋਵੇ, ਰੱਬ ਜੀ ਤੇਰੇ ਗਲ ਨਾਲ ਲੱਗੇ ਹੋਣਗੇ, ਤੇ ਚੇਤਾ ਰੱਖੀ ਫਿਰ ਵਿਕਾਰਾਂ ਤੋਂ ਤੇਰਾ ਬਚਾਅ ਹੋ ਜਾਏਗਾ। ਜਿਹਨੂੰ ਸਤਿਗੁਰੂ ਜੀ ਗੁਰੂ ਪਾਤਸ਼ਾਹ ਜੀ ਬਾਣੀ 'ਚ ਜ਼ਿਕਰ ਕਰਦੇ ਆ, ਆਖਦੇ ਕਿ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਬਖਸ਼ਿਸ਼ ਵਰਤਾਈ ਨਾ, ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਿਆਨਕ ਭਇਆ, ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਿਗਸਇਆ, ਦੇਖੋ ਅਚਰਜ ਭਇਆ, ਜਿਹੇ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰ ਦਇਆ। ਹੁਣ ਜਿਨ੍ਹਾਂ ਨੇ ਪਾਲਾ, ਜਿਨ੍ਹਾਂ ਕਰਕੇ ਵਿਆਪ ਰਿਹਾ ਸੀ, ਜਿਹੜੇ ਜੋਏ ਦੂਤ ਬਣ ਕਰਕੇ ਮੋਹੇ ਬਹੁਤ ਸੰਤਾਵਤ ਨਿਤਾ ਪ੍ਰਤੀ ਸਤਾ ਰਹੇ ਸਨ, ਦੁੱਖ ਦੇ ਰਹੇ ਸਨ, ਤੇ ਭਿਆਨਕ ਭਇਆ, ਉਹ ਸਾਰੇ ਡਰਨ ਲੱਗ ਪਏ। ਮਤਲਬ ਵਿਕਾਰਾਂ ਤੋਂ ਛੁਟਕਾਰਾ ਹੋ ਗਿਆ, ਵਿਕਾਰਾਂ ਤੋਂ ਬਚਾਅ ਹੋ ਗਿਆ, ਵਿਕਾਰਾਂ ਵਾਲੇ ਪਾਸੇ ਤੋਂ ਹਿਰਦਾ ਰੁਕ ਗਿਆ। ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਿਗਸਇਆ। ਏੜਾ ਪਿੰਗਲਾ ਔਰ ਸੁਖਮਨਾ, ਜਿਹੜੀਆਂ ਸਾਡੇ ਸਰੀਰ ਦੀਆਂ ਨਾੜੀਆਂ ਦਾ ਜ਼ਿਕਰ ਕੀਤਾ ਗਿਆ, ਕਹਿੰਦੇ ਸੁਖਮਨ ਨਾਰੀ ਮਤਲਬ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਯਾਦ, ਉਹਦਾ ਚਿੰਤਨ ਹਿਰਦੇ ਵਿੱਚ ਵਸਿਆ, ਤੇ ਜਿਹੜਾ ਹਿਰਦਾ ਰੂਪੀ ਕੌਲ ਊਂਦ ਹੋ ਕੇ ਮੁਰਝਾਇਆ ਹੋਇਆ ਸੀ, ਉਲਟਾ ਹੋ ਕੇ ਮੁਰਝਾਇਆ ਹੋਇਆ ਸੀ, ਉਹ ਊਂਦ ਹੋਇਆ ਕਮਲ ਬਿਗਸਇਆ, ਸਿੱਧਾ ਵੀ ਹੋ ਗਿਆ ਤੇ ਖੇੜੇ ਵਿੱਚ ਵੀ ਆ ਗਿਆ, ਖਿੜਾਓ ਵਿੱਚ ਵੀ ਆ ਗਿਆ। ਆਪਣੀਆਂ ਜ਼ਿੰਦਗੀਆਂ ਵਿਚਲਾ ਖਿੜਾਓ ਹੀ ਸਾਨੂੰ ਚਾਹੀਦਾ, ਵਿਕਾਰਾਂ ਰੂਪਾਂ ਤੋਂ, ਵਿਕਾਰਾਂ ਤੋਂ ਛੁਟਕਾਰਾ, ਔਰ ਜ਼ਿੰਦਗੀਆਂ ਵਿਚਲਾ ਖੇੜਾ, ਜ਼ਿੰਦਗੀਆਂ ਵਿਚਲੀ ਪ੍ਰਸੰਨਤਾ, ਇਸੇ ਚੀਜ਼ ਨੂੰ ਜੀਵ ਲੋਚ ਰਿਹਾ। ਪਰ ਜਦੋਂ ਮਨੁੱਖ ਦੀਆਂ ਜ਼ਿੰਦਗੀਆਂ ਨੂੰ ਵੇਖਦੇ ਆ, ਜੀਵਨਾਂ ਨੂੰ ਵੇਖਦੇ ਆ, ਤੇ ਇੱਕ ਬਾਤ ਸਾਹਮਣੇ ਆਉਂਦੀ ਹੈ ਕਿ ਜੀਵ ਹਰ ਤਰ੍ਹਾਂ ਦਾ ਦੁੱਖ, ਹਰ ਤਰ੍ਹਾਂ ਦੀ ਮੁਸ਼ਕਲ ਸਿਰਫ ਆਪਣੇ ਤਨ ਉੱਤੇ ਜਬਰੀ ਹੰਢਾ ਰਿਹਾ, ਇੱਕ ਮਾਇਆ ਦੇ ਮਗਰ ਲੱਗਾ ਹੋਇਆ, ਮਾਇਕ ਪਦਾਰਥਾਂ ਦੇ ਮਗਰ, ਜਾਂ ਇਉਂ ਕਹਿ ਸਕਦੇ ਹਾਂ ਦੂਜੇ ਭਾਉ ਵਿੱਚ ਫਸਿਆ ਹੋਇਆ ਜੀਵ ਆਪਣੇ ਪਰਮੇਸ਼ਵਰ ਤੋਂ, ਪਤੀ ਤੋਂ ਪਾਸਾ ਵੱਟ ਕੇ ਜਾਂ ਪਤੀ ਤੋਂ ਮੁਖ ਮੋੜ ਕੇ ਇੱਕ ਮਜਬੂਰੀ ਵਸ ਹੋਇਆ ਜੀਵ ਵਿਕਾਰਾਂ ਦੇ ਅਧੀਨ ਗਲਤਾਨ ਹੋ ਕੇ ਬੈਠਾ ਹੋਇਆ। ਹੁਣ ਇਹਦੇ ਕੋਲ ਕਿਸੇ ਪ੍ਰਕਾਰ ਦਾ ਕੋਈ ਯਤਨ, ਕੋਈ ਤਰੀਕਾ, ਕੋਈ ਢੰਗ ਨਹੀਂ ਕਿ ਆਪਣੇ ਆਪ ਨੂੰ ਇਸ ਪਾਸੇ ਤੋਂ ਰੋਕ ਸਕਦਾ ਹੋਵੇ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਅੱਜ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਇਸੇ ਬਾਤ ਨੂੰ ਸਾਨੂੰ ਸਮਝਾਇਆ ਕਿ ਅਸੀਂ ਯਤਨ ਤੇ ਬਹੁਤ ਕਰਦੇ ਹਾਂ, ਕੋਸ਼ਿਸ਼ਾਂ ਬਹੁਤ ਕਰਦੇ ਹਾਂ, ਪਰ ਇਸ ਗੱਲ ਨੂੰ ਆਪਣੇ ਮਨ ਵਿੱਚੋਂ ਅਸੀਂ ਵਿਸਾਰ ਦਿੰਦੇ ਹਾਂ, ਭੁੱਲ ਜਾਂਦੇ ਹਾਂ ਕਿ ਸਾਡੇ ਕੀਤੇ ਹੋਏ ਯਤਨ, ਸਾਡੀਆਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਸਾਰੀਆਂ ਵਿਅਰਥ ਚਲੀਆਂ ਜਾਣਗੀਆਂ ਜੇ ਅਸੀਂ ਰੱਬ ਜੀ ਕੀ ਬਖਸ਼ਿਸ਼ ਤੋਂ ਸਖਣੇ ਹਾਂ, ਰੱਬ ਜੀ ਕੀ ਰਹਿਮਤ ਤੋਂ ਸਖਣੇ ਹਾਂ। ਸਾਡੇ ਕੀਤੇ ਯਤਨ ਉਦੋਂ ਹੀ ਸਫਲ ਹੁੰਦੇ ਨੇ ਜਦੋਂ ਉਹਨਾਂ ਯਤਨਾਂ ਦੇ ਉੱਤੇ ਬਖਸ਼ਿਸ਼ ਵਰਤਦੀ ਹੈ। ਜੇ ਰੱਬ ਜੀ ਰਹਿਮਤ ਨਾ ਵਰਤਾਉਣ, ਬਖਸ਼ਿਸ਼ ਨਾ ਵਰਤਾਉਣ, ਸਾਡੇ ਕੀਤੇ ਸਾਰੇ ਯਤਨ ਅਸਫਲ ਚਲੇ ਜਾਣਗੇ। ਔਰ ਅਸੀਂ ਭਾਵੇਂ ਆਪਣੇ ਆਪ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕਣ ਦਾ ਜਿੰਨਾ ਮਰਜ਼ੀ ਯਤਨ ਕਰਦੇ ਰਹੀਏ, ਪਰ ਜੇ ਅਸੀਂ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਬਖਸ਼ਿਸ਼ ਦੇ ਪਾਤਰ ਨਾ ਬਣੇ ਤੇ ਫਿਰ ਅਸੀਂ ਚਾਹ ਕੇ ਵੀ ਆਪਣੇ ਆਪ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕ ਨਹੀਂ ਸਕਦੇ। ਕਿਉਂਕਿ ਇੱਕ ਜਦੋਂ ਵਿਕਾਰਾਂ ਦੇ ਵਿੱਚ ਗਲਤਾਨ ਹੋਣ ਦੀ ਬਾਤ ਆਉਂਦੀ ਹੈ ਨਾ, ਇਨਸਾਨ ਕੋਸ਼ਿਸ਼ ਯਤਨ ਤੇ ਬਹੁਤ ਕਰਦਾ ਹੈ ਵੀ ਮੈਂ ਇਹਨਾਂ ਵਿੱਚ ਗਲਤਾਨ ਨਾ ਹੋਵਾਂ, ਪਰ ਰੱਬ ਜੀ ਦੀ ਬਣਾਈ ਹੋਈ ਖੇਡ
ਰੱਬ ਜੀ ਦਾ ਬਣਾਇਆ ਹੋਇਆ ਸਾਰਾ ਜਾਲ ਇਸ ਤਰੀਕੇ ਨਾਲ ਉਹ ਵਿਆਪਦਾ ਹੈ, ਉਹ ਜਾਲ ਇਸ ਤਰੀਕੇ ਨਾਲ ਲੱਗਦਾ ਹੈ ਕਿ ਮਨੁੱਖ ਚਾਹੁੰਦਾ ਹੋਇਆ ਵੀ, ਆਪਣੇ ਆਪ ਨੂੰ ਰੋਕਣਾ ਹੋਇਆ ਵੀ ਉਸ ਜਾਲ ਵਿੱਚ ਜਾ ਡਿੱਗਦਾ ਹੈ। ਰੱਬ ਜੀ ਦਾ ਬਣਾਇਆ ਖੇਡ ਹੀ ਇਸ ਪ੍ਰਕਾਰ ਦਾ ਹੈ। ਇਨਸਾਨ ਆਪਣੇ ਆਪ ਨੂੰ ਰੋਕਣ ਦੇ ਯਤਨ ਕਰਦਾ ਹੈ, ਪਰ ਰੋਕਦਾ ਹੋਇਆ, ਨਾ ਚਾਹੁੰਦਾ ਹੋਇਆ ਵੀ ਉਸ ਜਾਲ ਵਿੱਚ ਜਾ ਕੇ ਫਸ ਜਾਂਦਾ। ਖੇਡ ਹੀ ਐਸੀ ਹੈ, ਮਮਤਾ ਹੀ ਐਸੀ ਪਾਈ ਹੈ ਉਹਨੇ ਸੰਸਾਰਕ ਨਿਯਮ ਹੀ ਐਸੇ ਬਣਾਏ ਹੋਏ, ਕੁਦਰਤੀ ਨਿਯਮ ਉਹਨੇ ਐਸੇ ਬਣਾਏ, ਮਨੁੱਖ ਨਾ ਚਾਹੁੰਦਾ ਹੋਇਆ ਵੀ ਗਲਤਾਨ ਹੋ ਜਾਂਦਾ ਹੈ। ਪਰ ਅੱਜ ਸਤਿਗੁਰੂ ਨੇ ਉਪਦੇਸ਼ ਬੜਾ ਪਿਆਰਾ ਦਿੱਤਾ, ਕਹਿੰਦੇ ਬਚਾ ਤੇਰਾ ਹੋ ਜਾਏਗਾ, ਪਰ ਕਿਤੇ ਰੱਬ ਰੂਪ ਪਤੀ ਨੂੰ ਆਪਣੇ ਗਲ ਨਾਲ ਲਾ ਲਾ, ਪਰਮੇਸ਼ਵਰ ਨੂੰ ਆਪਣੇ ਗਲ ਨਾਲ ਲਾ। ਜਦੋਂ ਰੱਬ ਜੀ ਤੇਰੇ ਗਲ ਨਾਲ ਲੱਗ ਜਾਣਗੇ, ਫਿਰ ਕਿਸੇ ਪ੍ਰਕਾਰ ਵੀ ਤੁਖਾਰ ਜਿਹੜਾ ਉਹ ਨਹੀਂ ਵਿਆਪੇਗਾ, ਪਾਲਾ ਨਹੀਂ ਵਿਆਪੇਗਾ। ਔਰ ਨਾਲ ਜ਼ਿਕਰ ਕੀਤਾ ਸਾਹਿਬ ਨੇ, ਕਹਿੰਦੇ ਮਨ ਵਿਧਿਆ ਚਰਨਾਰ ਬਿੰਦ, ਮਨ ਵਿੰਨਿਆ ਗਿਆ ਚਰਨਾਰ ਬਿੰਦ, ਰੱਬ ਜੀ ਦੇ ਚਰਨਾਂ ਵਿੱਚ, ਚਰਨ ਕਮਲਾਂ ਦੇ ਵਿੱਚ ਦਰਸ਼ਨ ਲੱਗੜਾ ਸਾਹ। ਹੁਣ ਬਿਰਤੀ ਲੱਗੀ ਹੋਈ ਹੈ ਕਾਹਦੇ ਵਿੱਚ? ਦਰਸ਼ਨਾਂ ਦੇ ਵਿੱਚ। ਹੁਣ ਬਿਰਤੀ ਇਹੋ ਕਹਿ ਰਹੀ ਹੈ, ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਹੁਣ ਲੱਗੀ ਹੋਈ ਬਿਰਤੀ ਜਿਹੜੀ ਦਰਸ਼ਨਾਂ ਦੀ ਲਾਲਸਾ ਲੈ ਕੇ ਬੈਠੇ ਨੇ, ਉਹ ਦਰਸ਼ਨਾਂ ਦੀ ਲਾਲਸਾ ਵਾਲੀ ਬਿਰਤੀ ਕਹਿ ਰਹੀ ਹੈ, ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀ ਆ ਨਾਨਕ ਹਰ ਸੰਗ ਮੀਤ। ਹੁਣ ਉਹ ਬਿਰਤੀ ਦਰਸ਼ਨਾਂ ਨੂੰ ਲੋਚ ਰਹੀ ਹੈ, ਦਿਦਾਰਾਂ ਨੂੰ ਲੋਚ ਰਹੀ ਹੈ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋ ਜੰਤੀ ਆ, ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤਰੀਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਿਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀ ਆ। ਹੁਣ ਜਿਹੜੀ ਦਰਸ਼ਨਾਂ ਦੀ ਲਾਲਸਾ ਹੈ, ਦਿਦਾਰਾਂ ਦੀ ਪਿਆਸ ਹੈ, ਜਾਂ ਦਰਸ਼ਨਾਂ ਦੀ ਪਿਆਸ ਹੈ, ਸੁਭਾਵਿਕ ਜਿਹੀ ਗੱਲ ਹੈ, ਉਹ ਦਰਸ਼ਨਾਂ ਨਾਲ ਮਿਟੇਗੀ, ਉਦੋਂ ਬਿਨਾ ਨਹੀਂ। ਉਸ ਤੋਂ ਬਿਨਾ ਮਨੁੱਖ ਲੱਖ ਯਤਨ ਕਰ ਲਏ, ਲੱਖਾਂ ਤਰੀਕੇ ਵਰਤ ਲਏ, ਢੰਗ ਵਰਤ ਲਏ, ਪਰ ਜਿੰਨਾ ਚਿਰ ਉਹ ਦਿਦਾਰ ਕਰ ਨਹੀਂ ਲੈਂਦਾ, ਉਹ ਦਰਸ਼ਨ ਕਰ ਨਹੀਂ ਲੈਂਦਾ, ਉਹਨਾਂ ਚਿਰ ਅੰਦਰ ਲਾਲਸਾ ਬਣੀ ਰਹੇਗੀ, ਉਹਨਾਂ ਚਿਰ ਅੰਦਰ ਇੱਛਾ ਬਣੀ ਰਹੇਗੀ। ਕਿਉਂਕਿ ਮਨ ਵਿਧਿਆ ਚਰਨਾਰ ਬਿੰਦ, ਮਨ ਤੇ ਚਰਨਾ ਕਮਲਾਂ ਵਿੱਚ ਵਿੰਨਿਆ ਗਿਆ ਹੈ। ਹੁਣ ਉਹ ਵਿੰਨਿਆ ਹੋਇਆ ਮਨ ਸਬਰ ਨਹੀਂ ਕਰਦਾ, ਵਿੰਨਿਆ ਹੋਇਆ ਮਨ ਤੇ ਹਰ ਵਕਤ ਉਡੀਕ ਵਿੱਚ ਹੈ, ਵਿੰਨਿਆ ਹੋਇਆ ਮਨ ਤੇ ਹਰ ਵਕਤ ਪੁਕਾਰ ਪਿਆ ਕਰਦਾ ਹੈ। ਮਨ ਉਸ ਪ੍ਰਭੂ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ, ਹਰ ਵਕਤ ਉਸ ਪਰਮੇਸ਼ਵਰ ਰੂਪ ਪਤੀ ਨੂੰ ਆਵਾਜ਼ਾਂ ਪਿਆ ਮਾਰਦਾ ਹੈ। ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ, ਉਰ ਨਾ ਭਿਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ, ਉੱਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ, ਮਨ ਵਿਧਿਆ ਚਰਨਾਰ ਬਿੰਦ, ਬਿੰਨਿਆ ਗਿਆ। ਤੇ ਜਿੱਥੇ ਦਰਸ਼ਨਾਂ ਦੀ ਲਾਲਸਾ ਜਾਗ ਪਏ, ਦਿਦਾਰਾਂ ਦੀ ਲਾਲਸਾ ਜਾਗ ਪਏ, ਪਰ ਇੱਕ ਖਿਆਲ ਅਸੀਂ ਜ਼ਰੂਰ ਰੱਖੀਏ, ਦਰਸ਼ਨਾਂ ਤੋਂ ਪਹਿਲਾਂ ਪ੍ਰੇਮ ਦਾ ਹੋਣਾ ਲਾਜ਼ਮੀ ਹੈ, ਮਨ ਦਾ ਵਿੰਨਿਆ ਜਾਣਾ ਲਾਜ਼ਮੀ ਹੈ। ਜੇ ਮਨ ਵਿੰਨਿਆ ਜਾਏਗਾ, ਮਨ ਪ੍ਰੇਮ ਵਿੱਚ ਭਿੱਜ ਜਾਏਗਾ, ਫਿਰ ਹੀ ਦਿਦਾਰਾਂ ਦੀ ਲਾਲਸਾ ਹੈ। ਜਿੱਥੇ ਪ੍ਰੇਮ ਨਹੀਂ, ਉੱਥੇ ਦਿਦਾਰਾਂ ਦੀ ਲਾਲਸਾ ਵੀ ਨਹੀਂ। ਜਿੱਥੇ ਪਿਆਰ ਨਹੀਂ ਹੈ, ਉੱਥੇ ਦਰਸ਼ਨਾਂ ਦੀ ਲਾਲਸਾ ਵੀ ਨਹੀਂ। ਮਨੁੱਖ ਦੀ ਹਾਲਤ ਵੇਖੋ, ਜਿਸ ਜੀਵ ਨਾਲ ਸੰਬੰਧ ਚੰਗੇ ਨੇ, ਜਿਸ ਮਨੁੱਖ ਨਾਲ ਸੰਬੰਧ ਚੰਗੇ ਨੇ, ਉਹਨੂੰ ਕਹਿੰਦਾ ਵੀ ਤੂੰ ਦਿਸਦਾ ਨਹੀਂ, ਮੈਨੂੰ ਤੇਰੇ ਦਰਸ਼ਨ ਨਹੀਂ ਹੁੰਦੇ। ਤੇ ਜਿਸ ਨਾਲ ਸੰਬੰਧ ਚੰਗੇ ਨਹੀਂ, ਉਹ ਭਾਵੇਂ ਅੱਖਾਂ ਸਾਹਮਣੇ ਖੜੋਤਾ ਹੋਵੇ ਬੰਦਾ, ਉਹਨੂੰ ਵੀ ਕਹਿੰਦਾ ਵੀ ਅੱਜ ਤੋਂ ਬਾਅਦ ਚ ਮੈਨੂੰ ਆਪਣੀ ਸ਼ਕਲ ਨਾ ਵਿਖਾਈ, ਮੈਂ ਤੇਰਾ ਮੂੰਹ ਵੀ ਨਹੀਂ ਦੇਖਣਾ ਚਾਹੁੰਦਾ। ਹੈਰਾਨੀ ਦੀ ਗੱਲ ਹੈ
ਕਿ ਜਿੱਥੇ ਪਹਿਲੋਂ ਪ੍ਰੇਮ ਸੀ ਉਦੋਂ ਕਹਿੰਦਾ ਰਿਹਾ, ਪਿਆਰ ਸੀ ਕਿ ਸੰਬੰਧ ਚੰਗੇ ਸਨ, ਮੈਨੂੰ ਤੇਰੇ ਦਰਸ਼ਨ ਚਾਹੀਦੇ ਨੇ। ਉਸੇ ਥਾਂ ਉੱਤੇ ਕਿਸੇ ਕਾਰਨ ਕਰਕੇ ਜੇ ਸੰਬੰਧ ਵਿਗੜ ਜਾਣ, ਉਸੇ ਹੀ ਮਨੁੱਖ ਨੂੰ ਇਹ ਹੱਥ ਖੜਾ ਕਰਕੇ ਕਹਿ ਦਿੰਦਾ ਵੀ ਅੱਜ ਤੋਂ ਬਾਅਦ ਚ ਮੇਰੇ ਸਾਹਮਣੇ ਨਾ ਆਈ, ਮੈਂ ਨਹੀਂ ਵੇਖਣਾ ਚਾਹੁੰਦਾ। ਮਤਲਬ ਖੇਡ ਤੇ ਸਾਰੀ ਪ੍ਰੀਤ ਦੀ ਹੈ ਨਾ, ਪ੍ਰੇਮ ਦੀ ਹੈ। ਜੇ ਮਨ ਵਿੱਚ ਪ੍ਰੇਮ ਹੈ ਤੇ ਫਿਰ ਦਰਸ਼ਨਾਂ ਦੀ ਆਸ ਹੈ, ਮਨ ਵਿੱਚ ਪ੍ਰੇਮ ਨਹੀਂ ਤੇ ਦਰਸ਼ਨਾਂ ਦੀ ਆਸ ਵੀ ਨਹੀਂ। ਤੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਪਹਿਲੋਂ ਕਹਿੰਦੇ ਮਨ ਬੇਧਿਆ ਚਰਨਾਰ ਬਿੰਦ, ਮਨ ਵਿੰਨਿਆ ਗਿਆ, ਮਨ ਵਿੱਚ ਪ੍ਰੇਮ ਹੈ। ਔਰ ਹੁਣ ਉਹ ਜਿਹੜਾ ਪ੍ਰੇਮ ਉਹ ਵਿੰਨਿਆ ਹੋਇਆ ਹਿਰਦਾ ਹੈ, ਉਹਦੀ ਪ੍ਰੀਤੀ ਵਿੱਚ, ਉਹਦੇ ਪਿਆਰ ਦੇ ਵਿੱਚ, ਉਹ ਵਿੰਨਿਆ ਹਿਰਦਾ ਹੁਣ ਦਰਸ਼ਨਾਂ ਦੀ ਲਾਲਸਾ ਕਰਦਾ ਹੈ। ਵਿੰਨਿਆ ਹਿਰਦਾ ਦਰਸ਼ਨਾਂ ਦੀ ਆਸ ਲਾ ਕੇ ਬੈਠਾ ਹੈ। ਹੁਣ ਇਹ ਵਿੰਨਿਆ ਹਿਰਦਾ ਹੀ ਆਖ ਰਿਹਾ ਹੈ ਕਿ ਰੱਬ ਜੀ, ਦਰਸ਼ਨ ਲੱਗੜਾ ਸਾਹ, ਮੈਂ ਤੇ ਤੁਹਾਡੇ ਦਰਸ਼ਨਾਂ ਦੀ ਉਡੀਕ ਵਿੱਚ ਹਾਂ। ਬਿਰਤੀ ਹੁਣ ਹਰ ਵਕਤ ਦਰਸ਼ਨਾਂ ਅੰਦਰ ਜੁੜੀ ਹੈ। ਹੁਣ ਤੇ ਦੀਦਾਰ ਲੋਚਦਾ ਹੈ। ਨੈਣ ਜਿਹੜੇ ਨੇ, ਅੱਖਾਂ ਜਿਹੜੀਆਂ ਨੇ, ਇਹ ਨੇਤਰ ਜਿਹੜੇ ਨੇ, ਹੁਣ ਨੇਤਰਾਂ ਨੂੰ ਟਿਕਾ, ਨੇਤਰਾਂ ਨੂੰ ਸਬਰ, ਨੇਤਰਾਂ ਨੂੰ ਸਕੂਨ ਉਦਣ ਹੀ ਮਿਲੇਗਾ ਜਿਸ ਦਿਨ ਇਹ ਦਰਸ਼ਨ ਪਾਉਣਗੇ, ਉਦੋਂ ਬਿਨਾਂ ਨਹੀਂ। ਮਨੁੱਖ ਜਿੰਨਾ ਮਰਜ਼ੀ ਯਤਨ ਕਰ ਲਏ, ਫਿਰ ਤੇ ਹਰ ਇੱਕ ਹੀਲਾ, ਹਰ ਇੱਕ ਢੰਗ, ਹਰ ਇੱਕ ਤਰੀਕਾ ਵੀ ਵਰਤਣ ਲਈ ਇਨਸਾਨ ਤਿਆਰ ਹੈ। ਜਿਹਨੂੰ ਸਤਿਗੁਰੂ ਜੀ ਨੇ ਜ਼ਿਕਰ ਕਰਦੇ ਆਖਿਆ ਨਾ ਵੀ ਮੈਂ ਤੇ ਆਪਣੇ ਪ੍ਰਾਣ ਤੱਕ ਵੀ ਅਰਪਣ ਕਰਦੇ ਆ, ਆਪਣਾ ਜਿੰਦ, ਆਪਣਾ ਤਨ ਮਨ ਸਭ ਕੁਝ ਅਰਪਣ ਕਰਦੇ ਆ, ਬਸ ਇੱਕ ਭੋਰੀ, ਇੱਕ ਰਤਾ ਮਾਤਰ ਸਮੇਂ ਵਾਸਤੇ ਮੈਨੂੰ ਉਹ ਪ੍ਰਭੂ ਜੀ ਦੇ ਦਰਸ਼ਨ ਹੋ ਜਾਣ, ਉਹ ਰੱਬ ਦੇ ਦੀਦਾਰ ਹੋ ਜਾਣ। ਹਰ ਕੀਮਤ ਦੇਣ ਨੂੰ ਤਿਆਰ ਆ, ਹਰ ਪ੍ਰਕਾਰ ਦੀ ਘੜੀ ਨੂੰ, ਹਰ ਪ੍ਰਕਾਰ ਦੇ ਸਮੇਂ ਨੂੰ ਹੰਡਾਉਣ ਲਈ ਤਿਆਰ ਆ, ਪਰ ਦਰਸ਼ਨ ਮਿਲ ਜਾਣ, ਦੀਦਾਰ ਮਿਲ ਜਾਣ। ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਅੱਜ ਸਾਨੂੰ ਸਮਝਾਉਂਦੇ ਆ ਪਰਮੇਸ਼ਵਰ ਜੀ ਦੇ ਪ੍ਰੇਮ ਵਿੱਚ ਭਿੱਜਣ ਦੇ ਲਈ ਔਰ ਉਹਨੂੰ ਆਪਣੇ ਗਲ ਨਾਲ ਲਾਉਣ ਦੇ ਲਈ, ਮਤਲਬ ਉਹ ਪਰਮੇਸ਼ਵਰ ਸਾਡੇ ਹਿਰਦਿਆਂ ਅੰਦਰ ਉਹਦੀ ਯਾਦ, ਉਹਦਾ ਚਿੰਤਨ ਵਸ ਜਾਏ, ਤਾਂ ਜੋ ਅਸੀਂ ਆਪਣੇ ਆਪ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕ ਲਈਏ, ਮਨ ਉਹਦੇ ਪ੍ਰੇਮ ਵਿੱਚ ਵਿੰਨਿਆ ਜਾਏ। ਜਿਹੜਾ ਮਨ ਹਰ ਵਕਤ ਦੂਜੇ ਭਾਉ ਵਿੱਚ ਗਲਤਾਨ ਹੋਇਆ, ਮਾਇਆ ਦੇ, ਮਾਇਕ ਪਦਾਰਥਾਂ ਦੇ ਅੰਦਰ ਜਾਂ ਉਹਨਾਂ ਦੇ ਮਗਰ ਫਸਿਆ ਹੋਇਆ, ਉਹਨਾਂ ਦੇ ਦੀਦਾਰਾਂ ਤੇ ਦਰਸ਼ਨਾਂ ਨੂੰ ਲੋਚਦਾ ਹੈ, ਉਹ ਮਨ ਕਿਤੇ ਪ੍ਰਭੂ ਚਰਨਾਂ ਵਿੱਚ ਵਿੰਨਿਆ ਜਾਏ ਤੇ ਉਹੀ ਮਨ ਉਹਦੇ ਦਰਸ਼ਨਾਂ ਵਾਲੇ ਪਾਸੇ ਲੱਗ ਜਾਵੇ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹ, ਬਿਖਿਆ ਪਹੁ ਨਾ ਸਕਈ, ਮਿਲ ਸਾਧੂ ਗੁਣ ਗਾਹ। ਹੁਣ ਸਤਿਗੁਰੂ ਜੀ ਕਹਿੰਦੇ ਓਟ ਗੋਵਿੰਦ ਗੋਪਾਲ ਰਾਏ। ਓਟ ਮਤਲਬ ਆਸਰਾ, ਸਹਾਰਾ। ਸਹਾਰਾ ਕਹਿੰਦੇ ਹੁਣ ਕਿਹਦਾ ਹੈ? ਗੋਵਿੰਦ ਦਾ, ਧਰਤੀ ਨੂੰ, ਧਰਤੀ ਦਾ ਜਿਹੜਾ ਰਾਜਾ ਹੈ, ਧਰਤੀ ਦਾ ਜਿਹੜਾ ਇੰਦਰ ਹੈ। ਗੋਪਾਲ ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ, ਉਹ ਪਰਮੇਸ਼ਵਰ, ਉਹ ਰਾਜਾ। ਸੇਵਾ ਸੁਆਮੀ, ਸੁਆਮੀ ਮਤਲਬ ਮਾਲਕ, ਪਤੀ, ਖਸਮ। ਲਾਹ, ਲਾਹ ਮਤਲਬ ਲਾਭ, ਲਾਹਾ। ਲਾਭ ਤੇ ਉਹਦੀ ਸੇਵਾ ਵਿੱਚ ਹੀ ਹੈ ਨਾ। ਮਨੁੱਖ ਲਾਭ ਯਤਨ, ਲਾਭ ਦਾ ਹਾਸਲ ਕਰਨ ਦੇ ਯਤਨ ਤੇ ਕੋਸ਼ਿਸ਼ ਕਰ ਰਿਹਾ ਵੀ ਕਿਸੇ ਤਰੀਕੇ, ਕਿਸੇ ਢੰਗ ਦੇ ਨਾਲ ਲਾਭ ਮਿਲ ਜਾਏ। ਪਰ ਜਿਨ੍ਹਾਂ ਚੀਜ਼ਾਂ ਦੇ ਵਿੱਚੋਂ ਤੇ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਤੇ ਜਿਸ ਤਰੀਕੇ ਦੇ ਨਾਲ ਮਨੁੱਖ ਲਾਭ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਲਾਭ ਨਹੀਂ, ਇਹ ਦਿਨ ਬਾ ਦਿਨ ਘਾਟੇ ਦਾ ਸੌਦਾ ਕਰ ਰਿਹਾ। ਨਿਤਾ ਪ੍ਰਤੀ ਯਤਨ ਬਹੁਤ ਨੇ ਕਿ ਲਾਭ ਮਿਲੇ,
ਕੋਈ ਵੀ ਬੰਦਾ ਇਹ ਸੋਚ ਕੇ ਵਪਾਰ ਨਹੀਂ ਕਰਦਾ ਕਿ ਮੈਨੂੰ ਘਾਟਾ ਪਵੇਗਾ, ਜਾਂ ਕੋਈ ਵੀ ਇਨਸਾਨ ਕਾਰਜ ਆਰੰਭ ਕਰਨ ਲੱਗਿਆਂ ਇਹ ਸੋਚ ਕੇ ਨਹੀਂ ਆਰੰਭ ਕਰਦਾ ਕਿ ਮੈਂ ਘਾਟੇ ਦਾ ਸੌਦਾ ਕਰਨਾ ਹੈ। ਜਦੋਂ ਵੀ ਮਨੁੱਖ ਕੋਈ ਕਾਰਜ ਕਰਨ ਲੱਗੇ ਤੇ ਕੰਮ ਕਰਨ ਲੱਗਿਆਂ, ਕੋਈ ਕਾਰ ਵਿਹਾਰ ਆਰੰਭ ਕਰਨ ਲੱਗਿਆਂ ਇਹੋ ਸੋਚ ਕੇ ਆਰੰਭ ਕਰਦਾ ਕਿ ਮੈਂ ਲਾਭ ਖੱਟਣਾ ਹੈ, ਪ੍ਰੋਫਿਟ ਖੱਟਣਾ। ਹੁਣ ਇਹ ਸੋਚ ਕੇ ਆਰੰਭ ਕਰਨ ਵਾਲਾ ਕਾਰਜ ਘਾਟੇ ਵਿੱਚ ਚਲਾ ਜਾਏ, ਬੈਠ ਕੇ ਸੋਚਣਾ ਤੇ ਪਏਗਾ ਨਾ ਵੀ ਘਾਟਾ ਕਿਉਂ ਪਿਆ, ਕੀ ਕਾਰਨ ਹੈ। ਵੀ ਹਰ ਪਾਸਿਓਂ ਖਿਆਲ ਵੀ ਰੱਖਿਆ, ਹਰ ਪਾਸਿਓਂ ਸੋਚਿਆ ਵੀ, ਹਰ ਪਾਸਿਓਂ ਵਿਚਾਰਿਆ ਵੀ, ਲਾਭ ਖੱਟਿਆ ਵੀ। ਇਹ ਨਹੀਂ ਵੀ ਲਾਭ ਖੱਟਿਆ ਨਹੀਂ, ਪਰ ਫਿਰ ਵੀ ਘਾਟੇ ਦਾ ਸੌਦਾ ਕਿਉਂ, ਘਾਟਾ ਕਿਉਂ ਪਿਆ, ਬੰਦਾ ਬੈਠ ਕੇ ਸੋਚੇਗਾ। ਔਰ ਜਦੋਂ ਬੈਠ ਕੇ ਸੋਚੇ, ਵਿਚਾਰੇ, ਹਿਸਾਬ ਲਾਏ, ਹਿਸਾਬ ਵਿੱਚ ਪਤਾ ਵੀ ਲੱਗੇ ਵੀ ਮੈਂ ਤੇ ਲਾਭ ਵਾਲੇ ਪਾਸੇ ਜਾ ਰਿਹਾ, ਪਰ ਮੇਰੇ ਕੋਲ ਉਨਾ ਧਨ ਨਹੀਂ ਜਿੰਨਾ ਲਾਭ ਦਾ ਹੋਣਾ ਚਾਹੀਦਾ ਸੀ। ਫਿਰ ਪੜਚੋਲ ਕੀਤੀ ਜਾਵੇ ਤੇ ਪੜਚੋਲ ਰਾਹੀਂ ਸਮਝ ਆਵੇ ਵੀ ਮੈਂ ਤੇ ਲਾਹੇ ਵਿੱਚ ਸਾਂ, ਪਰ ਮੇਰੇ ਜਿਹੜੇ ਸਾਥੀ ਸਨ ਨਾ, ਉਹ ਸਾਥੀ ਮੈਨੂੰ ਘਾਟੇ ਵਾਲੇ ਪਾਸੇ ਲੈ ਕੇ ਜਾ ਰਹੇ। ਉਹ ਸਾਥੀ ਹੀ ਮੈਨੂੰ ਘਾਟੇ ਵਾਲੇ ਪਾਸੇ ਲੈ, ਮੈਂ ਲਾਭ ਵਿੱਚ ਸਾਂ ਪਰ ਮੇਰੇ ਸਾਥੀ ਘਾਟੇ ਦਾ ਸੌਦਾ ਕਰ ਰਹੇ। ਤੇ ਸਤਿਗੁਰੂ ਜੀ ਨਾ ਬਾਣੀ 'ਚ ਜ਼ਿਕਰ ਕਰਦੇ ਆਖਦੇ ਕਿ ਘਾਟੇ ਦਾ ਸੌਦਾ ਤੇ ਇਹੀ ਹੈ ਜਿਹਨੂੰ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦਿਆਂ ਆਖਦੇ ਕਿ ਜਿਨ੍ਹਾਂ ਨੂੰ ਮਨੁੱਖ ਆਪਣੇ ਮਿੱਤਰ ਮੰਨ ਕੇ ਬੈਠਾ ਜਾਂ ਦੋਸਤ ਮੰਨ ਕੇ ਬੈਠਾ, ਉਹ ਇਹਦੇ ਮਿੱਤਰ ਨਹੀਂ, ਸਗੋਂ ਉਹੀ ਇਹਦੀ ਮਿੱਤਰਤਾ ਦਾ ਲਾਭ ਚੁੱਕਦਿਆਂ ਹੋਇਆਂ ਤੇ ਇਹਨੂੰ ਨਿਤਾ ਪ੍ਰਤੀ ਘਾਟੇ ਵਾਲੇ ਪਾਸੇ ਲੈ ਕੇ ਜਾ ਰਹੇ। ਸਤਿਗੁਰੂ ਜੀ ਨੇ ਉੱਥੇ ਜ਼ਿਕਰ ਕਰਦਿਆਂ ਆਖਿਆ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਬੰਦਾ ਲਾਭ ਖੱਟਦਾ ਹੋਵੇ, ਅੰਦਰ ਬੈਠੇ ਹੀ ਅੰਦਰੋਂ ਅੰਦਰੀ ਉਹਨੂੰ ਘਾਟੇ ਵਿੱਚ ਲੈ ਕੇ ਤੁਰੇ ਜਾਣ ਤੇ ਬਚਾਵੇਗਾ ਕੌਣ? ਖੱਟ ਲਾਭ ਰਿਹਾ। ਹੁਣ ਮਨੁੱਖ ਤੇ ਜਿਹੜੇ ਜਿਨ੍ਹਾਂ ਨੂੰ ਸਤਿਗੁਰੂ ਜੀ ਚੋਰ ਕਹਿ ਰਹੇ ਨੇ, ਮਨੁੱਖ ਤੇ ਉਹਨਾਂ ਨੂੰ ਮਿੱਤਰ ਬਣਾ ਕੇ ਬੈਠਾ। ਇਸ ਦੇਹੀ ਅੰਦਰ ਪੰਚ ਚੋਰ ਵਸ, ਇਹ ਤੇ ਮਾਲਕ ਜੀ ਦਾ ਸਾਨੂੰ ਇੱਕ ਅਲਾਰਮ ਹੈ, ਸਾਹਿਬ ਦਾ ਸਾਨੂੰ ਕੀਤਾ ਹੋਇਆ ਇੱਕ ਅਲਰਟ ਹੈ, ਚੇਤਾਵਨੀ ਹੈ ਕਿ ਤੇਰੀ ਦੇਹੀ 'ਚ ਪੰਜ ਚੋਰ ਬੈਠੇ ਨੇ। ਮਨੁੱਖ ਤੇ ਉਹਨਾਂ ਨੂੰ ਮਿੱਤਰ ਬਣਾ ਕੇ ਬੈਠਾ। ਮਨੁੱਖ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਪ੍ਰੇਮ ਪਾ ਕੇ ਬੈਠਾ ਹੈ। ਉਹਨਾਂ ਨੂੰ ਦੁਸ਼ਮਣ ਥੋੜੀ ਸਮਝਦਾ ਹੈ, ਉਹਨਾਂ ਨੂੰ ਇਹਨੇ ਚੋਰ ਥੋੜੀ ਸਮਝਿਆ, ਉਹਨਾਂ ਨੂੰ ਤੇ ਮਿੱਤਰ ਸਮਝਦਾ ਹੈ ਕਿ ਇਦੋਂ ਚੰਗਾ ਮੇਰਾ ਕੋਈ ਮਿੱਤਰ ਹੀ ਨਹੀਂ। ਜੇ ਮਿੱਤਰ ਨਾ ਹੁੰਦੇ ਉਹਨਾਂ ਦੇ ਅਨੁਸਾਰੀ ਮਨੁੱਖ ਕਿਉਂ ਚੱਲਦਾ? ਕਦੇ ਬੰਦਾ ਮਨੁੱਖ ਆਪਣੇ ਦੁਸ਼ਮਣਾਂ ਦੇ ਅਨੁਸਾਰੀ ਹੋ ਕੇ ਚੱਲਿਆ? ਜੇ ਕਿਤੇ ਕੋਈ ਕਾਰਜ ਕਰਦਾ ਹੋਵੇ ਨਾ, ਕਾਰਜ ਕਰਦਿਆਂ ਕੋਈ ਵੈਰੀ ਕੋਈ ਦੁਸ਼ਮਣ ਸਾਹਮਣੇ ਆ ਜਾਏ ਤੇ ਉਹਨੂੰ ਪਤਾ ਲੱਗ ਜਾਏ ਵੀ ਇਹ ਵੀ ਉਹੀ ਕਾਰਜ ਕਰਨ ਲੱਗਾ ਹੈ ਜਾਂ ਇਸੇ ਤਰੀਕੇ ਨਾਲ ਕਰਨ ਲੱਗਾ, ਬੰਦਾ ਆਪਣਾ ਤਰੀਕਾ ਹੀ ਬਦਲ ਲੈਂਦਾ ਵੀ ਨਹੀਂ ਇਦਾਂ ਨਹੀਂ ਮੈਂ ਕਰਦਾ, ਜਿਵੇਂ ਇਹ ਕਰਨ ਲੱਗਾ ਨਾ ਉਵੇਂ ਨਹੀਂ ਕਰਨਾ। ਰਸਤਾ ਹੀ ਬਦਲ ਲਿਆ, ਰਾਹ ਤਬਦੀਲ ਕਰ ਰਿਹਾ, ਜਾਂ ਰਸਤਾ ਬਦਲ ਕੇ ਜਾਂ ਵਿਹਾਰ ਬਦਲ ਲਿਆ। ਮਤਲਬ ਮਨੁੱਖ ਨੇ ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲੋਂ ਆਪਣੇ ਆਪ ਨੂੰ ਵੱਖਰਿਆਂ ਰੱਖਿਆ ਵੀ ਉਹਦੇ ਨਾਲ ਆਪਾਂ ਸੰਬੰਧ ਨਹੀਂ ਰੱਖਣਾ। ਜੇ ਕਿਤੇ ਮਨੁੱਖ ਇਹਨਾਂ ਨੂੰ ਵੀ ਆਪਣੇ ਵੈਰੀ ਸਮਝ ਲਏ, ਕਾਮ ਨੂੰ ਕ੍ਰੋਧ ਨੂੰ ਲੋਭ ਨੂੰ, ਇਹਨਾਂ ਵਿਕਾਰਾਂ ਨੂੰ ਆਪਣੇ ਵੈਰੀ ਸਮਝ ਲਏ, ਕੀ ਸੰਬੰਧ ਰੱਖੇਗਾ? ਨਹੀਂ। ਅੱਜ ਸੰਬੰਧ ਕਿਉਂ ਹੈ? ਕਿਉਂਕਿ ਵੈਰੀ ਸਮਝਿਆ ਹੀ ਨਹੀਂ। ਜੇ ਇਹਨਾਂ ਨੂੰ ਵੈਰੀ ਸਮਝ ਲਈਏ ਤੇ ਸੰਬੰਧ ਨਹੀਂ,
ਵੈਰੀ ਨਾ ਸਮਝਣ ਕਰਕੇ ਇਹਨਾਂ ਨੇ ਮਿੱਤਰਤਾ ਦਾ ਲਾਭ ਚੁੱਕਿਆ, ਇਹ ਲੁੱਟੀ ਜਾਂਦੇ ਨੇ ਔਰ ਬੰਦਾ ਲੁੱਟਿਆ ਜਾ ਰਿਹਾ। ਤਾਂ ਹੀ ਤੇ ਸਤਿਗੁਰੂ ਜੀ ਬਾਣੀ ਦੇ ਰਾਹੀਂ ਸਾਨੂੰ ਸਮਝਾਉਂਦੇ ਨਾ ਵੀ ਤੂੰ ਬੈਠ ਕੇ ਸੱਜਣਾ ਹਮੇਸ਼ਾ ਨਿਤਾ ਪ੍ਰਤੀ ਇਹ ਸੋਚਿਆ ਕਰ, ਐਵੇਂ ਕਿਤੇ ਆਪਣਾ ਘਰ ਲੁਟਾਈ ਨਾ ਜਾਈ, ਐਵੇਂ ਨਿਤਾ ਪ੍ਰਤੀ ਘਾਟੇ ਵਿੱਚ ਨਾ ਤੁਰਿਆ ਜਾਈ, ਸਗੋਂ ਬੈਠ ਕੇ ਵਿਚਾਰੀ ਵੀ ਕਿਆ ਤੈਂ ਖੱਟਿਆ ਕਹਾ ਗਵਾਇਆ। ਤੂੰ ਖੱਟਿਆ ਕੀ ਹੈ ਤੇ ਗਵਾਇਆ ਕੀ ਹੈ, ਇਹਨੂੰ ਬੈਠ ਕੇ ਵਿਚਾਰੀ। ਕਿਉਂਕਿ ਜਦੋਂ ਵਿਚਾਰੇਗਾ ਫਿਰ ਪੜਚੋਲ ਕਰੇਗਾ ਕਿ ਗਵਾਚ ਕੀ ਰਿਹਾ ਤੇ ਖੱਟ ਕੀ ਰਿਹਾ ਹਾਂ। ਜੇ ਪੜਚੋਲ ਨਾ ਕੀਤੀ ਫਿਰ ਤੇ ਜਿਵੇਂ ਚੱਲਦਾ ਕਾਰਜ ਉਵੇਂ ਚੱਲੀ ਜਾਏਗਾ। ਬੰਦਾ ਪੜਚੋਲ ਤੇ ਉਦੋਂ ਹੀ ਕਰਦਾ ਹੈ ਨਾ ਜਦੋਂ ਇਹਨੂੰ ਪਤਾ ਲੱਗੇ ਵੀ ਹੁਣ ਮੈਨੂੰ ਘਾਟਾ ਪੈ ਰਿਹਾ। ਤੇ ਜੇ ਕਿਤੇ ਅਸੀਂ ਇਸ ਗੱਲ ਨੂੰ ਵਿਚਾਰ ਲਈਏ, ਸਮਝ ਲਈਏ ਕਿ ਸਾਨੂੰ ਨਿਤਾ ਪ੍ਰਤੀ ਘਾਟਾ ਪੈ ਰਿਹਾ, ਅਸੀਂ ਲੁੱਟੇ ਜਾ ਰਹੇ ਹਾਂ, ਫਿਰ ਬੰਦਾ ਸੋਚੇਗਾ, ਪੜਚੋਲ ਵੀ ਕਰੇਗਾ, ਫਿਰ ਵਿਚਾਰੇਗਾ ਵੀ ਘਾਟਾ ਪੈ ਕਿੱਥੋਂ ਰਿਹਾ। ਜਿਹਨੂੰ ਸਤਿਗੁਰੂ ਜੀ ਨੇ ਭਗਤ ਕਬੀਰ ਸਾਹਿਬ ਆਖਦੇ ਨਾ ਵੀ ਮੈਂ ਤੇ ਬੜੇ ਕਮਾਈ ਕਰ ਕਰਕੇ ਜੋੜ ਕੇ ਰੱਖ ਰਿਹਾ ਸਾਂ ਵੀ ਮੇਰੇ ਕੋਲ ਧਨ ਬੇਇੰਤਹਾ ਹੋ ਜਾਏਗਾ, ਪਰ ਅਫਸੋਸ ਇਸ ਗੱਲ ਦਾ ਸੀ ਕਿ ਮੈਂ ਰੋਜ਼ ਘਾਟੇ ਵਿੱਚ ਜਾ ਰਿਹਾ ਸਾਂ, ਮੇਰਾ ਜੋੜਿਆ ਧਨ ਮੈਨੂੰ ਦਿਸ ਨਹੀਂ ਸੀ ਰਿਹਾ ਵੀ ਜਾ ਕਿੱਥੇ ਰਿਹਾ। ਫਿਰ ਮੈਂ ਪੜਚੋਲ ਜਦੋਂ ਕੀਤੀ, ਸਹਾਰਾ ਲਿਆ, ਆਸਰਾ ਲਿਆ, ਤੇ ਜਦੋਂ ਆਸਰਾ ਲਿਆ ਤੇ ਮੇਰੇ ਗੁਰੂ ਨੇ ਰਹਿਮਤ ਵਰਤਾਈ, ਮੈਨੂੰ ਦੱਸਿਆ, ਵਿਖਾਇਆ ਤੇਰੇ ਘਰ ਨੂੰ ਸੰਨ ਲੱਗਾ ਹੋਇਆ। ਤੇ ਸੱਜਣਾ ਤੂੰ ਜਿੰਨਾ ਖੱਟੀ ਜਾਂਦਾ ਸੰਨ ਰਾਹੀਂ ਅਗਰੇ ਸਾਰਾ ਕੁਝ ਹੀ ਲਈ ਜਾਂਦੇ ਨੇ। ਬੰਦਾ ਜੋੜ ਰੱਖੀ ਜਾਂਦਾ, ਉਹਨਾਂ ਸੰਨ ਲਾਇਆ ਚੋਰਾਂ ਨੇ ਤੇ ਚੋਰ ਸੰਨ ਲਾ ਕੇ ਲਈ ਜਾਂਦੇ ਨੇ। ਤੇ ਬਾਬਾ ਕਬੀਰ ਜੀ ਕਹਿੰਦੇ ਮੇਰੇ ਗੁਰੂ ਨੇ ਜਦੋਂ ਉਪਦੇਸ਼ ਦਿੱਤਾ ਮੈਂ ਉਦਣ ਹੀ ਲੱਗਾ ਸੰਨ ਬੰਦ ਕਰਤਾ, ਸੁਚੇਤ ਹੋ ਗਿਆ। ਜਦੋਂ ਸੁਚੇਤ ਹੋਇਆ ਨਾ ਦਿਨ ਤੇ ਬਦਲ ਗਏ, ਸਮਾਂ ਵੀ ਬਦਲ ਗਿਆ। ਕਿੱਥੇ ਮੈਂ ਰੋਜ਼ ਚਿੰਤਾ ਵਿੱਚ ਸਾਂ ਵੀ ਧਨ ਜਾਂਦਾ ਕਿੱਥੇ ਹੈ, ਰੋਜ਼ ਚਿੰਤਾ ਵਿੱਚ ਸਾਂ ਵੀ ਮੇਰੀ ਮਿਹਨਤ ਮਸ਼ੱਕਤ ਜਾਂਦੀ ਕਿੱਥੇ ਹੈ। ਹੁਣ ਜਦੋਂ ਪਤਾ ਲੱਗ ਗਿਆ ਮੇਰੇ ਦਿਨ ਬਦਲ ਗਏ। ਸੁਭਾਵਿਕ ਦੀ ਗੱਲ ਹੈ, ਬੰਦਾ ਖੱਟੀ ਜਾਵੇ, ਕਮਾਈ ਜਾਵੇ, ਬੰਦਾ ਜੋੜ ਰੱਖੀ ਜਾਏ ਤੇ ਘਰੋਂ ਰੋਜ਼ ਚੋਰੀ ਹੁੰਦੇ ਜਾਣ, ਬੰਦਾ ਸੋਚੇਗਾ ਹੀ ਨਾ ਵੀ ਇੰਨੀ ਕਮਾਈ ਜਾਂਦੀ ਕਿੱਥੇ, ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ। ਤੇ ਜਿੱਦਣ ਪਤਾ ਲੱਗ ਜਾਏ ਉਦਣ ਫਿਰ ਬੰਦਾ ਸੁਚੇਤ ਹੋ ਜਾਂਦਾ, ਫਿਰ ਜੋੜ ਕੇ ਰੱਖਦਾ ਤੇ ਹੈ, ਪਰ ਸੁਚੇਤ ਹੋ ਕੇ ਫਿਰ ਦਿਨ ਬਦਲਣਗੇ ਹੀ ਨਾ ਵੀ ਲੋੜਾਂ ਵੀ ਨਹੀਂ ਸੀ ਪੂਰੀਆਂ ਹੁੰਦੀਆਂ, ਹੁਣ ਬਚੀ ਵੀ ਜਾਂਦੇ ਨੇ, ਦਿਨ ਬਦਲ ਗਏ। ਬਾਬਾ ਕਬੀਰ ਜੀ ਕਹਿੰਦੇ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਉਹ ਰੋਜ਼ ਚੋਰੀ ਪੈ ਰਹੇ ਸੀ, ਪਰ ਮੂੰਦ ਲਈਏ ਦਰਵਾਜੇ ਆਪਾਂ ਬੰਦ ਕਰ ਲਏ, ਬਾਜੀ ਲੈ ਅਨਹਦ ਬਾਜੇ। ਹੁਣ ਆਨੰਦ ਹੀ ਆਨੰਦ ਬਣਿਆ ਪਿਆ, ਪਹਿਲੋਂ ਚਿੰਤਾ ਸੀ ਹੁਣ ਆਨੰਦ ਬਣ ਗਿਆ। ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ। ਇਹੋ ਲਾਭ ਹੈ ਅਸਲ ਦੇ ਵਿੱਚ ਕਿ ਮੈਂ ਉਸ ਸੁਆਮੀ ਦੇ ਸੇਵਾ ਵਿੱਚ ਜੁੜ ਜਾਵਾਂ, ਮੇਰਾ ਹਿਰਦਾ ਜੁੜ ਜਾਏ। ਔਰ ਵਿਖਿਆ ਪੋਹ ਨਾ ਸਕਈ, ਫਿਰ ਜ਼ਹਿਰ ਵੀ ਛੋਹ ਨਹੀਂ ਸਕਦੀ, ਵਿਖਿਆ ਵੀ ਜਿਹੜੀ ਉਹ ਵਿਆਪ ਨਹੀਂ ਸਕਦੀ, ਵਿਸ ਰੂਪ ਮਾਇਆ ਕਹਿ ਸਕਦੇ ਆ, ਨਹੀਂ ਵਿਆਪ ਸਕਦੀ। ਮਿਲ ਸਾਧੂ ਗੁਣ ਗਾਹ, ਕਹਿੰਦੇ ਵੀ ਜਦੋਂ ਸਾਧੂ ਨੂੰ ਮਿਲ ਕੇ ਗੁਣਾਂ ਨੂੰ ਗਾਹੀ ਦਾ ਹੈ, ਗੁਣਾਂ ਨੂੰ ਗਾਹਣ ਤੋਂ ਭਾਵ ਗੁਣਾਂ ਨੂੰ ਵਿਚਾਰਨਾ ਡੂੰਘੇ ਢੰਗ ਦੇ ਨਾਲ, ਜਦੋਂ ਜੀਵ ਇਸਤਰੀ ਫਿਰ ਗੁਣਾਂ ਨੂੰ ਵਿਚਾਰਦੀ ਹੈ ਤੇ ਫਿਰ ਸਮਝ ਲੱਗਦੀ ਹੈ ਕਿ ਮੈਂ ਤੇ ਜ਼ਹਿਰ ਵਿੱਚ ਹੀ ਗਲਤਾਨ ਸਾਂ, ਜ਼ਿੰਦਗੀ ਤੇ ਇਦੋਂ ਉੱਪਰ ਹੈ। ਮਨੁੱਖ ਲੱਖ ਯਤਨ ਕਰੇ ਜ਼ਹਿਰ ਨਾਲ ਜਿਉਣ ਦਾ, ਜ਼ਹਿਰ ਕਦੇ ਵੀ ਜ਼ਿੰਦਗੀ ਦਾ ਆਸਰਾ ਨਹੀਂ ਬਣਿਆ। ਜ਼ਹਿਰ ਕਦੇ ਵੀ ਜਿਉਣ ਦਾ ਸਹਾਰਾ ਨਹੀਂ ਬਣਿਆ। ਮਨੁੱਖ ਭਾਵੇਂ ਜਿਵੇਂ ਮਰਜ਼ੀ ਖਾਈ ਜਾਏ,
ਜੇ ਜਿਉਣ ਦਾ ਆਸਰਾ ਬਣਦਾ ਹੈ ਜਾਂ ਜ਼ਿੰਦਗੀ ਦੀ ਆਸ ਵੱਜਦੀ ਹੈ ਤੇ ਜ਼ਹਿਰ ਤੋਂ ਉੱਪਰ ਉੱਠ ਕੇ ਆਸ ਵੱਜਦੀ ਹੈ ਵੀ ਹੁਣ ਜਿਉ ਸਕਦੇ ਆ। ਵੇਖੋ ਨਾ, ਮਨੁੱਖ ਇੱਕ ਸਿੱਧਾ ਪੋਇਜ਼ਨ ਖਾਈ ਜਾਏ, ਉਹ ਕਦੇ ਵੀ ਜ਼ਿੰਦਗੀ ਨਹੀਂ ਦਿੰਦਾ। ਪਰ ਜੇ ਅਸੀਂ ਮੈਡੀਸਿਨਸ ਦੀ ਗੱਲ ਕਰੀਏ, ਦਵਾਈਆਂ ਦੀ ਗੱਲ ਕਰੀਏ, ਹੈ ਤੇ ਉਹ ਵੀ ਇੱਕ ਪੋਇਜ਼ਨ ਹੀ ਹੈ ਨਾ, ਉਹਦੇ ਵਿੱਚ ਵੀ ਜ਼ਹਿਰ ਹੀ ਹੈ। ਪਰ ਉਹ ਬਣਾਇਆ ਇਸ ਢੰਗ ਨਾਲ ਹੋਇਆ ਕਿ ਉਹ ਸਾਡੇ ਅੰਦਰਲੇ ਰੋਗ ਕੱਟ ਰਿਹਾ ਤੇ ਅਸੀਂ ਸੁੱਖ ਨਾਲ ਜਿਉ ਰਹੇ ਹਾਂ। ਜੇ ਅਸੀਂ ਡਾਇਰੈਕਟ ਪੋਇਜ਼ਨ ਜ਼ਹਿਰ ਖਾਈ ਜਾਈਏ ਤੇ ਸਾਡੀ ਮੌਤ ਹੈ, ਅਸੀਂ ਲੱਖ ਯਤਨ ਕਰ ਲਈਏ, ਜ਼ਿੰਦਗੀ ਨਹੀਂ ਹੈ। ਤੇ ਜੇ ਡਾਕਟਰ ਦੇ ਅਨੁਸਾਰੀ, ਵੈਦ ਦੇ ਅਨੁਸਾਰੀ ਹੋ ਕੇ ਅਸੀਂ ਮੈਡੀਸਿਨ ਦਾ ਸਹਾਰਾ ਲਈਏ ਤੇ ਫਿਰ ਜਿਉਣ ਦੀ ਆਸ ਵੱਧ ਜਾਂਦੀ ਹੈ। ਕਿਉਂਕਿ ਜਿਵੇਂ ਆਖਿਆ ਨਾ, ਲੋਹੇ ਨੂੰ ਲੋਹਾ ਕੱਟਦਾ, ਇਸੇ ਤਰ੍ਹਾਂ ਜ਼ਹਿਰ ਨੂੰ ਵੀ ਜ਼ਹਿਰ ਮਾਰਦਾ ਹੈ। ਜ਼ਹਿਰ ਨੂੰ ਮਾਰਨ ਵਾਸਤੇ ਜ਼ਹਿਰ ਦੀ ਜ਼ਰੂਰਤ ਹੈ। ਅੰਦਰਲੀ ਜ਼ਹਿਰ ਖਤਮ ਕਰਨ ਵਾਸਤੇ ਮੈਡੀਸਿਨ ਰੂਪ ਜ਼ਹਿਰ ਦਾ ਸਹਾਰਾ ਲੈਣਾ ਪਏਗਾ। ਉਹ ਡਾਕਟਰ ਨੇ, ਵੈਦ ਨੇ ਦਿੱਤੀ ਹੈ। ਅਸੀਂ ਡਾਇਰੈਕਟ ਲੈਣ ਦੀ ਕੋਸ਼ਿਸ਼ ਕਰੀ ਜਾਈਏ। ਔਰ ਜੇ ਜ਼ਿੰਦਗੀਆਂ ਦੀ ਗੱਲ ਕਰਾਂਗੇ ਤੇ ਅਸੀਂ ਜ਼ਹਿਰ ਹੀ ਭਖ ਰਹੇ ਹਾਂ। ਵਿਖਿਆ ਦਾ ਸਹਾਰਾ ਲੈ ਕੇ ਹੀ ਬੈਠੇ ਹਾਂ, ਬਿਖ ਦਾ ਆਸਰਾ ਹੀ ਲੈ ਕੇ ਬੈਠੇ ਹਾਂ। ਇਸੇ ਕਰਕੇ ਤੇ ਸਾਹਿਬ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਆਖਿਆ, ਮੈਂ ਕਹਿੰਦੇ ਆਪਣੀਆਂ ਅੱਖਾਂ ਨਾਲ ਇੱਕ ਦ੍ਰਿਸ਼ ਵੇਖਿਆ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਣੋ ਡੀਠੀ। ਮੈਂ ਰੱਬ ਨਾਲੋਂ ਟੁੱਟਿਆਂ ਦੀ ਕਹਿੰਦੇ ਹਾਲਤ ਆਪਣੀਆਂ ਅੱਖਾਂ ਨਾਲ ਵੇਖੀ। ਇਹਨਾਂ ਨੂੰ ਜ਼ਿੰਦਗੀ ਦੇਣ ਵਾਲੀ ਦਵਾਈ ਲੱਗਦੀ ਹੈ ਕੌੜੀ, ਤੇ ਜਿਹੜੀ ਮੌਤ ਦੇਣ ਵਾਲੀ ਹੈ ਉਹ ਲੱਗਦਾ ਹੈ ਮਿੱਠਾ। ਜ਼ਹਿਰ ਚੰਗਾ ਲੱਗੀ ਜਾਂਦਾ ਹੈ ਤੇ ਅੰਮ੍ਰਿਤ ਕੌੜਾ ਲੱਗੀ ਜਾਂਦਾ ਹੈ। ਇਹ ਸਾਕਤ ਦੀ ਵਿਧ, ਸਾਕਤ ਦੀ ਹਾਲਤ ਕਹਿੰਦੇ ਮੈਂ ਅੱਖਾਂ ਨਾਲ ਵੇਖੀ ਹੈ। ਔਰ ਸੱਚਮੁੱਚ ਜੇ ਆਪਾਂ ਜ਼ਿਕਰ ਕਰੀਏ ਨਾ, ਮਾਇਕ ਪਦਾਰਥ, ਮਾਇਆ, ਇਹ ਸਾਰਾ ਕੁਝ ਇਨਸਾਨ ਨੂੰ ਬਹੁਤ ਚੰਗਾ ਲੱਗਦਾ ਜਿਹੜੇ ਜੀਵਨ ਸਤਲ ਤੋਂ ਡੇਗ ਰਹੇ ਨੇ, ਜਿਹਦੇ ਪਿੱਛੇ ਹਰ ਕਰਮ ਕਰਨ ਲਈ ਤਿਆਰ ਹੋ ਜਾਂਦਾ ਇਨਸਾਨ। ਪਰ ਇੱਕ ਪਰਮੇਸ਼ਵਰ ਰੂਪ ਜਾਂ ਉਹਦਾ ਨਾਮ ਰੂਪ ਅੰਮ੍ਰਿਤ ਦੀ ਜਦੋਂ ਗੱਲ ਕਰਾਂਗੇ ਤੇ ਫਿਰ ਉਦੋਂ ਸਾਨੂੰ ਗਾਫਲਤਾ ਵੀ ਚੇਤੇ ਆਉਂਦੀ ਹੈ ਤੇ ਉਦੋਂ ਅਵੇਸਲਾਪਨ ਵੀ ਚੇਤੇ ਆਉਂਦਾ। ਤੇ ਸਤਿਗੁਰੂ ਜੀ ਕਹਿੰਦੇ, ਵਿਖਿਆ ਪੋਹ ਨਾ ਸਕਈ, ਫਿਰ ਜ਼ਹਿਰ ਨਹੀਂ ਵਿਆਪਦੀ, ਜੇ ਕਿਤੇ ਜੀਵ ਇਸਤਰੀ ਗੁਣਾਂ ਦੀ ਪੜਚੋਲ ਕਰਨ ਲੱਗ ਜਾਏ, ਗੁਣਾਂ ਨੂੰ ਵਿਚਾਰਨ ਲੱਗ ਜਾਵੇ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹ, ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ। ਹੁਣ ਜਹਾਂ ਤੇ ਉਪਜੀ ਤਹ ਮਿਲੀ, ਜਿੱਥੋਂ ਪੈਦਾ ਹੋਏ ਸੀ ਉਥੇ ਹੀ ਮਿਲ ਜਾਣਾ। ਕਿਹਦੇ ਕਰਕੇ? ਸੱਚੀ ਪ੍ਰੀਤ ਸਮਾਹ, ਸੱਚੇ ਪ੍ਰੇਮ ਵਿੱਚ ਸਮਾਉਣ ਕਰਕੇ ਜਾਂ ਸੱਚੇ ਪ੍ਰੇਮ ਦੇ ਸਦਕਾ। ਜਿੱਥੋਂ ਪੈਦਾ ਹੋਣਾ ਮਤਲਬ ਰੱਬ ਜੀ ਤੋਂ ਪੈਦਾਇਸ਼ ਹੋਈ ਤੇ ਰੱਬ ਜੀ ਵਿੱਚ ਹੀ ਸਮਾ ਜਾਣਾ। ਰੱਬ ਜੀ ਤੋਂ ਹੀ ਜੀਵਨ ਦੀ ਆਰੰਭਤਾ ਤੇ ਰੱਬ ਜੀ ਵਿੱਚ ਹੀ ਜੀਵਨ ਦਾ ਸਮਰਪਿਤ ਹੋ ਜਾਣਾ, ਜੀਵਨ ਦਾ ਸਮਾਪਤ ਹੋ ਜਾਣਾ। ਜਿੱਥੋਂ ਉਪਜਣਾ ਉੱਥੇ ਹੀ। ਅਕਸਰ ਜਦੋਂ ਆਪਾਂ ਸੰਸਾਰਕ ਤੌਰ ਤੇ ਵੀ ਵੇਖਦੇ ਆ ਨਾ, ਜਿਹੜੀ ਚੀਜ਼ ਜਿੱਥੋਂ ਪੈਦਾ ਹੁੰਦੀ ਹੈ ਉਹ ਆਪਣਾ ਆਪਾ ਸਮੇਟਦੀ ਵੀ ਉੱਥੇ ਹੀ ਹੈ। ਸੂਰਜ ਤੋਂ ਕਿਰਨਾਂ ਪੈਦਾ ਹੋਈਆਂ, ਕਿਰਨਾਂ ਨੇ ਜਦੋਂ ਆਪਣਾ ਆਪ ਸਮੇਟਣਾ ਤੇ ਉਹਨਾਂ ਸੂਰਜ ਤੋਂ ਵੱਖਰਿਆਂ ਨਹੀਂ ਹੋਣਾ, ਸੂਰਜ ਵਿੱਚ ਹੀ ਜਾ ਕੇ ਸਮੇਟੀਆਂ ਜਾਣਾ। ਧਰਤੀ ਤੋਂ ਮਿੱਟੀ ਦੇ ਕਣ ਉੱਡੇ, ਉਹਨਾਂ ਨੇ ਵੱਖਰੇ ਨਹੀਂ ਹੋ ਜਾਣਾ ਧਰਤੀ ਤੋਂ, ਅਖੀਰ ਮੁੜ ਉਹਨਾਂ ਨੇ ਫਿਰ ਧਰਤੀ ਤੇ ਹੀ ਡਿੱਗਣਾ। ਅੱਗ ਵਿੱਚੋਂ ਅੰਗਿਆਰ ਉੱਠੇ,
ਉਹਨਾਂ ਅੱਗ ਤੋਂ ਵੱਖਰਿਆਂ ਨਹੀਂ ਹੋ ਜਾਣਾ, ਮੁੜ ਫੇਰ ਉੱਥੇ ਹੀ ਸਮਾ ਜਾਣਾ। ਸਮੁੰਦਰ ਵਿੱਚੋਂ ਲਹਿਰਾਂ ਉੱਠੀਆਂ, ਲਹਿਰਾਂ ਨੇ ਵੱਖਰਿਆਂ ਨਹੀਂ ਹੋ ਜਾਣਾ, ਮੁੜ ਫਿਰ ਸਮੁੰਦਰ ਵਿੱਚ ਸਮਾ ਜਾਣਾ। ਆਪਣਾ ਮੂਲ ਤੇ ਕਿਸੇ ਵੀ ਨਹੀਂ ਛੱਡਿਆ। ਇੱਕ ਇਨਸਾਨ ਵੇਖੋ ਨਾ, ਹੁਣ ਸਮੁੰਦਰ ਵਿੱਚੋਂ ਲਹਿਰਾਂ ਉੱਠੀਆਂ, ਲਹਿਰਾਂ ਮੁੜ ਸਮੁੰਦਰ ਦਾ ਰੂਪ ਹੋ ਗਈਆਂ, ਪਰ ਕੁਝ ਕੁ ਜਲ ਵੱਖਰਾ ਹੋ ਜਾਂਦਾ ਹੈ। ਤੇ ਉਹ ਜਿਹੜਾ ਵੱਖਰਾ ਹੋ ਜਾਏ ਉਹਦੇ ਹਾਲਾਤ ਕੀ ਬਣਦੇ? ਅੱਗ ਵਿੱਚੋਂ ਅੰਗਿਆਰ ਉੱਠੇ, ਚੰਗਿਆਰੀਆਂ ਉੱਠੀਆਂ, ਕੁਝ ਚੰਗਿਆਰੀਆਂ ਉਹਦੇ ਤੋਂ ਵੱਖਰੀਆਂ ਹੋ ਗਈਆਂ, ਉਹ ਤੇ ਮਿੰਟ ਲੱਗਾ ਰਾਖ ਬਣਨ ਨੂੰ। ਉਹਦੇ ਇੱਕ ਪਲ ਲੱਗਾ ਰਾਖ ਬਣਨ ਵਾਸਤੇ, ਉਸੇ ਵਕਤ ਰਾਖ ਹੋ ਗਈਆਂ। ਰੱਬ ਜੀ ਤੋਂ ਅਸੀਂ ਵਿਛੜੇ ਆ, ਜਾਂ ਇਉਂ ਕਹਿ ਲਈਏ ਰੱਬ ਇੱਕ ਬੜਾ ਵੱਡਾ ਸਮੁੰਦਰ ਹੈ, ਉਹ ਬੜਾ ਵੱਡਾ ਪਾਣੀ ਦਾ ਸੋਮਾ ਹੈ, ਅਸੀਂ ਉਹਦੇ ਵਿੱਚ ਉੱਠਣ ਵਾਲੀਆਂ ਲਹਿਰਾਂ ਹਾਂ। ਜੇ ਤੇ ਉਹਦੇ ਨਾਲ ਪ੍ਰੀਤ ਹੋਈ, ਮੁੜ ਉਹਦੇ ਵਿੱਚ ਹੀ ਸਮਾ ਜਾਾਂਗੇ, ਪਰ ਜੇ ਉਹਦੇ ਨਾਲ ਪ੍ਰੀਤ ਨਾ ਹੋਈ, ਫਿਰ ਉਸ ਜਲ ਵਰਗੀ ਹਾਲਤ ਹੋਣੀ ਜਿਹੜਾ ਕਿਨਾਰਿਆਂ ਤੋਂ ਪਾਸੇ ਹੋ ਕੇ ਡਿੱਗਿਆ। ਫਿਰ ਪਏ ਨੂੰ ਮੈਲ ਲੱਗਦੀ, ਉਹੀ ਪਾਣੀ ਗੰਦਗੀ ਦਾ ਢੇਰ ਬਣ ਜਾਂਦਾ, ਉਹੀ ਪਾਣੀ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਪਰ ਜੇ ਉਹੀ ਲਹਿਰਾਂ ਸਮੁੰਦਰ ਵਿੱਚ ਸਮਾ ਜਾਂਦੀਆਂ, ਤੇ ਉਹੀ ਪਾਣੀ ਨਾਲ ਮਨੁੱਖ ਉਹਨੂੰ ਵੇਖ ਵੇਖ ਕੇ ਪ੍ਰਸੰਨ ਹੁੰਦਾ। ਮਨੁੱਖਾ, ਜੇ ਤੇ ਤੂੰ ਆਪਣੀ ਪ੍ਰੀਤ ਸਦਕਾ, ਪ੍ਰੇਮ ਸਦਕਾ ਰੱਬ ਜੀ ਵਿੱਚ ਸਮਾ ਗਿਆ, ਫਿਰ ਤੇ ਤੂੰ ਹੈ ਭਲਾ, ਫਿਰ ਤੇ ਤੂੰ ਹੈ ਚੰਗਾ। ਪਰ ਜੇ ਪ੍ਰੇਮ ਪ੍ਰੀਤ ਸਦਕਾ ਵਿੱਚ ਨਾ ਸਮਾਇਆ ਨਾ, ਫਿਰ ਸਤਿਗੁਰੂ ਜੀ ਜ਼ਿਕਰ ਕਰਦੇ ਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਤੂੰ ਭੁੱਲ ਗਿਆ ਨਾ, ਭਾਵੇਂ ਤੂੰ ਗੁਣਵਾਨ ਸੈਂ, ਭਾਵੇਂ ਤੂੰ ਚੰਗਾ ਸੈਂ, ਪਰ ਚੇਤਾ ਰੱਖੀ ਤੇਰੇ ਸਾਰੇ ਗੁਣ ਵੀ ਗਲ ਜਾਣਗੇ ਤੇ ਤੇਰੇ ਕੋਲ ਸਿਵਾਏ ਖੁਆਰੀ ਤੋਂ ਕੁਝ ਨਹੀਂ ਰਹਿਣਾ। ਫਿਰ ਤੇ ਸਿਰਫ ਖੁਆਰੀ ਹੋਈ ਹੈ, ਔਰ ਮਨੁੱਖ ਖੁਆਰ ਹੀ ਹੋਏਗਾ, ਖੁਆਰੀ ਤੋਂ ਬਿਨਾ ਕੁਝ ਨਹੀਂ। ਔਰ ਮਾਲਕ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜਹਾਂ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹ। ਸੱਚੇ ਪ੍ਰੇਮ ਸਦਕਾ, ਸੱਚੇ ਪਿਆਰ ਦੇ ਸਦਕਾ ਇਹ ਜੀਵ ਇਸਤਰੀ ਜਿੱਥੋਂ ਪੈਦਾ ਹੋਈ ਉੱਥੇ ਹੀ ਸਮਾ ਗਈ। ਮਤਲਬ ਸੁਰਤ ਉੱਥੇ ਹੀ ਟਿਕ ਗਈ ਜਿੱਥੋਂ ਪੈਦਾ ਹੋਈ ਸੀ। ਕਰ ਗਹਿ ਲੀਨੀ ਪਾਰ ਬ੍ਰਹਮ, ਰੱਬ ਨੇ ਵੀ ਬਾਂਹ ਫੜ ਕੇ ਰੱਖ ਲਿਆ, ਹੱਥ ਫੜ ਕੇ ਰੱਖ ਲਿਆ। ਬਹੁੜ ਨਾ ਵਿਛੜੀਆਂ, ਜਿਹਨੂੰ ਰੱਬ ਬਾਂਹ ਫੜ ਕੇ ਰੱਖ ਲਈ ਮੁੜ ਕੇ ਵਿਛੜਨ ਦਿੰਦਾ ਹੈ। ਕਰ ਗਹਿ ਲੀਨੀ, ਕਰ ਫੜ ਕੇ, ਹੱਥ ਫੜ ਕੇ, ਲੀਨੀ ਉਹਨੇ ਹੱਥ ਫੜ ਕੇ ਰੱਖ ਲਿਆ, ਆਪਣੀ ਕਰ ਲਈ। ਪਾਰ ਬ੍ਰਹਮ ਪ੍ਰਭੂ ਪਰਮਾਤਮਾ ਨੇ। ਬਹੁੜ ਨਾ ਵਿਛੜੀਆਂ, ਮੁੜ ਕੇ ਇਹ ਜੀਵ ਇਸਤਰੀਆਂ ਫਿਰ ਵਿਛੜਦੀਆਂ ਨਹੀਂ, ਭੁੱਲਦੀਆਂ ਨਹੀਂ, ਉਹਦੇ ਨਾਲੋਂ ਵਿਛੋੜਾ ਨਹੀਂ ਪੈਂਦਾ। ਵਿਛੋੜਾ ਤੇ ਤਾਂ ਹੈ ਜੇ ਉਹਨੇ ਆਪਣਾ ਨਾਂ ਬਣਾਇਆ ਹੁੰਦਾ, ਪਰ ਜਦੋਂ ਰੱਬ ਜੀ ਨੇ ਆਪਣਾ ਬਣਾ ਲਿਆ, ਉਹ ਵਿਛੜਨ ਨਹੀਂ ਦਿੰਦਾ। ਨਾ ਉਹ ਵਿਛੜਨ ਦਿੰਦਾ ਹੈ, ਤੇ ਨਾ ਹੀ ਜੀਵ ਇਸਤਰੀ ਹੁਣ ਵਿਛੜਨਾ ਚਾਹੁੰਦੀ ਹੈ। ਇਹਦੀ ਤੇ ਹਾਲਤ ਐਸੀ ਹੈ। ਹੁਣ ਇਹਨੂੰ ਇਸ ਗੱਲ ਦਾ ਜਿਹੜਾ ਗਿਆਨ ਹੋ ਚੁੱਕਾ ਹੈ ਵੀ ਜੇ ਉਹਦੇ ਤੋਂ ਵਿਛੜ ਕੇ ਜਿਉਣਾ ਪੈ ਗਿਆ ਤੇ ਹਾਲਤ ਇਹ ਵਿਛੋੜਾ ਸਹਿਆ ਨਾ ਜਾਏ, ਹੁਣ ਸਹਿ ਨਹੀਂ ਹੋਣਾ। ਇਹੋ ਕਾਰਨ ਹੈ ਕਿ ਜਦੋਂ ਆਪਾਂ ਸ਼ਹੀਦਾਂ ਦੀ ਦਾਸਤਾਨ ਨੂੰ ਵਿਚਾਰਦੇ ਹਾਂ, ਰੱਬੀ ਪਿਆਰਿਆਂ ਦੀ ਦਾਸਤਾਨ ਨੂੰ ਵਿਚਾਰਦੇ ਹਾਂ, ਤੇ ਉਹ ਮੌਤ ਨੂੰ ਗੱਲ ਨਾਲ ਲਾ ਲੈਂਦੇ ਨੇ ਰੱਬ ਤੋਂ ਵਿਛੜ ਕੇ ਜਿਉਣ ਨਾਲੋਂ। ਸਰਮੱਧ ਵਰਗਿਆਂ ਦਾ ਜਦੋਂ ਜ਼ਿਕਰ ਕਰਦੇ ਆ, ਜਾਂ ਹੋਰ ਰੱਬੀ ਪਿਆਰਿਆਂ ਦਾ ਜਦੋਂ, ਕਿਉਂਕਿ ਜਿੰਨੇ ਆਪਣੀ ਸੁਰਤ ਨੂੰ ਰੱਬ ਜੀ ਨਾਲ ਜੋੜਿਆ, ਉਹਦੇ ਲਈ ਜ਼ਿੰਦਗੀ ਜਾਂ ਉਹਦੇ ਲਈ
ਸਰੀਰ ਕੋਈ ਬਹੁਤੀ ਵੱਡੀ ਬਾਤ ਨਹੀਂ, ਉਹਨੂੰ ਇਹ ਹੈ ਕਿ ਮੈਂ ਰੱਬ ਨਾਲ ਆਪਣੀ ਸੁਰਤ ਜੋੜੀ ਹੈ, ਰੱਬ ਨਾਲ ਆਪਣਾ ਪ੍ਰੇਮ ਜੋੜਿਆ ਹੈ, ਜਿਤਨਾ ਵੀ ਜੀਵਨ ਹੈ ਹੁਣ ਰੱਬ ਲੇਖੇ ਹੋਵੇ, ਰੱਬ ਤੋਂ ਵਿਛੜ ਕੇ ਨਹੀਂ। ਸਰੀਰ ਨਾਲ ਕੋਈ ਬਹੁਤਾ ਮੋਹ ਨਹੀਂ ਰਹਿ ਜਾਂਦਾ, ਕਾਇਆ ਨਾਲ ਕੋਈ ਬਹੁਤਾ ਪ੍ਰੇਮ ਨਹੀਂ ਰਹਿ ਜਾਂਦਾ। ਜਦੋਂ ਕਿਤੇ ਰੱਬ ਨਾਲ ਪ੍ਰੇਮ ਬਣ ਜਾਏ ਤੇ ਜਿੰਨਾ ਚਿਰ ਕਾਇਆ ਨਾਲ ਪ੍ਰੇਮ ਹੈ ਖਿਆਲ ਰੱਖੀਏ, ਉਹਨਾਂ ਚਿਰ ਰੱਬ ਨਾਲ ਨਹੀਂ। ਬੰਦਾ ਤੇ ਕਾਇਆ ਦੀ ਲੇਪਾ ਪੋਚੀ 'ਚ ਹੀ ਲੱਗਾ, ਸਰੀਰ ਦੀ ਲੇਪਾ ਪੋਚੀ, ਸੁਰਤ ਵਾਲੇ ਪਾਸੇ ਤੇ ਕਦੇ ਸੋਚਿਆ ਹੀ ਨਹੀਂ ਵੀ ਮੈਂ ਆਪਣੀ ਸੁਰਤ ਟਿਕਾਉਣੀ ਹੈ। ਬੰਦਾ ਕਾਇਆ ਹੀ ਸਾਂਭਣ ਤੇ ਲੱਗਾ ਹੋਇਆ ਵੀ ਕਿਤੇ ਇਹ ਨਾ ਬਦਲ ਜਾਏ। ਕਾਇਆ ਨੂੰ ਸਾਂਭਦਾ ਸਾਂਭਦਾ ਆਪਣੀ ਸੁਰਤ ਤੋਂ ਤੇ ਪਾਸਾ ਹੀ ਵੱਟ ਜਾਂਦਾ ਹੈ। ਆਪਣੀ ਸੁਰਤ ਨੂੰ ਟਿਕਾਉਣ ਵਾਲੇ ਪਾਸੇ ਤੇ ਕਦੇ ਵਿਚਾਰਿਆ ਹੀ ਨਹੀਂ, ਸੋਚਿਆ ਹੀ ਨਹੀਂ, ਕਾਇਆ ਦੀ ਲੇਪਾ। ਇਸੇ ਕਰਕੇ ਬਾਬਾ ਰਵਿਦਾਸ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਉਦੋਂ ਉਹ ਇਹੋ ਆਖਦੇ ਨੇ, ਲੋਕ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗੰਠੇ ਜਾਏ ਪਹੁੰਚਾ। ਲੋਕ ਤੇ ਟਾਕੀਆਂ ਲਾ ਲਾ ਮੂਰਖ ਹੋਏ ਪਏ। ਹੁਣ ਉੱਥੇ ਟਾਕੀਆਂ ਸਰੀਰ ਦੀ ਗੱਲ ਹੀ ਕਰ ਰਹੇ ਵੀ ਲੋਕ ਤੇ ਸਰੀਰ ਨੂੰ ਗੰਢ ਗੰਢ ਕੇ ਮੂਰਖ ਹੋਏ ਪਏ ਨੇ, ਪਰ ਮੈਂ ਕਹਿੰਦੇ ਆਪਣੇ ਸਰੀਰ ਨੂੰ ਗੰਢਣ ਵਾਲੇ ਪਾਸੇ ਨਹੀਂ ਤੁਰਿਆ। ਕਾਇਆ ਨੂੰ ਹੀ ਸਾਂਭੀ ਜਾਣਾ, ਇਹਦੇ ਵਿੱਚ ਹੀ ਗਲਤਾਨ ਹੋਏ ਰਹਿਣਾ, ਸਰੀਰ ਦੇ ਪਾਸੇ ਹੀ ਜੁੜੇ। ਹੁਣ ਕਾਇਆ ਨੂੰ ਸਾਂਭਣਾ ਸਾਡਾ ਇੱਕ ਫਰਜ਼ ਹੈ, ਇੱਕ ਜ਼ਿੰਮੇਵਾਰੀ ਵੀ ਹੈ, ਇਹਦਾ ਖਿਆਲ ਵੀ ਰੱਖਣਾ ਹੈ। ਇਹ ਨਹੀਂ ਵੀ ਰੋਗ ਲੱਗ ਗਿਆ ਤੇ ਅਸੀਂ ਕਹੀਏ ਵੀ ਅਸੀਂ ਕਿਹੜਾ ਕਾਇਆ ਦੇ ਪ੍ਰੇਮ 'ਚ, ਨਹੀਂ, ਉਹ ਪੱਖ ਤੋਂ ਨਹੀਂ। ਇੱਥੇ ਭਾਵ ਇਹ ਹੈ ਕਾਇਆ ਨੂੰ ਸੰਭਾਲਣ ਤੋਂ ਕਿ ਬੰਦਾ ਕਾਇਆ ਦੀ ਲੇਪਾ ਪੋਚੀ ਵਿੱਚ ਹੀ ਲੱਗਾ ਰਹਿ ਜਾਂਦਾ ਹੈ। ਕਦੇ ਕਿਸੇ ਪਾਸੇ ਨੂੰ ਤੇ ਕਦੇ ਕਿਸੇ ਪਾਸੇ ਨੂੰ। ਪਰ ਜਿਨ੍ਹਾਂ ਨੂੰ ਰੱਬ ਜੀ ਨੇ ਆਪਣੇ ਬਣਾ ਲਿਆ, ਉਹ ਫਿਰ ਕਦੇ ਵੀ ਵਿਛੜਨ ਨਹੀਂ ਦਿੰਦਾ, ਉਹ ਕਦੇ ਵਿਛੋੜਦਾ ਨਹੀਂ ਹੈ। ਮਤਲਬ ਸੁਰਤ ਵਿੱਚੋਂ ਕਦੇ ਉਹ ਭੁੱਲਦਾ ਨਹੀਂ, ਸੁਰਤ ਵਿੱਚ ਸਦੀਵ ਪਰਮੇਸ਼ਵਰ ਟਿਕ ਜਾਂਦਾ ਹੈ, ਜਿਨ੍ਹਾਂ ਨੂੰ ਰੱਬ ਜੀ ਆਪ ਕਿਰਪਾ ਕਰਕੇ ਆਪਣੇ ਬਣਾ ਲੈਂਦਾ ਹੈ। ਬਾਰ ਜਾਉ ਲਖ ਬੇਰੀਆ, ਹਰ ਸੱਜਣ ਅਗੰਮ ਅਗਾਹ, ਸਰਮ ਪਈ ਨਾਰਾਇਣ, ਨਾਨਕ ਦਰ ਪਈਆਹ। ਫਿਰ ਬਾਰ ਜਾਉ ਲੱਖ ਬੇਰੀਆ, ਕਹਿੰਦੇ ਮੈਂ ਲੱਖਾਂ ਵਾਰ ਕੁਰਬਾਨ ਜਾਵਾਂ, ਵਾਰ ਨਹੀਂ ਜਾਵਾਂ। ਕਿਹਦੇ ਤੋਂ? ਹਰ ਸੱਜਣ ਅਗੰਮ ਅਗਾਹ, ਉਹ ਜਿਹੜਾ ਪਰਮੇਸ਼ਵਰ ਹੈ, ਸੱਜਣ ਹੈ, ਜਿਹੜਾ ਅਗੰਮ ਔਰ ਅਗਾਹ ਹੈ। ਅਗੰਮ ਜਿੱਥੇ ਤੱਕ ਪਹੁੰਚ ਨਾ ਹੋਵੇ, ਅਗਾਹ ਅਗਾਧ ਅਥਾਹ ਡੂੰਘਾ, ਜਿਹਦੀ ਡੂੰਘਾਈ ਨਾ ਮਾਪੀ ਜਾ ਸਕੇ। ਕਹਿੰਦੇ ਮੈਂ ਉਸ ਪ੍ਰਭੂ ਜੀ ਤੋਂ ਵਾਰ ਨਹੀਂ ਜਾਂਦਾ। ਇੱਕ ਖਿਆਲ ਰੱਖੀਏ, ਰੱਬ ਜੀ ਤੱਕ ਅਸੀਂ ਗਮਨ ਕਰਕੇ ਜਾ ਨਹੀਂ ਸਕਦੇ। ਕਰਮ ਇੰਦਰੀਆਂ ਦੇ ਸਹਾਰੇ ਸਦਕਾ ਅਸੀਂ ਜਾ ਨਹੀਂ ਸਕਦੇ। ਡੂੰਘਾਈ ਉਹਦੀ ਨਹੀਂ ਮਾਪ ਸਕਦੇ। ਇੱਕ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਜਿੱਥੇ ਮਾਲਕ ਜੀ ਜ਼ਿਕਰ ਕਰਦੇ ਆ, ਆਖਦੇ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੈ ਤੇ ਸਾਰੇ ਹੀ ਹੱਥ ਖੜੇ ਕਰਕੇ ਨਾ, ਸੁਰਤਾਂ ਨੇ ਬੜੀਆਂ ਸੁਰਤਾਂ ਨਾਲ ਯਤਨ ਕਰ ਲਿਆ, ਬੜੀਆਂ ਦੀ ਮੱਤ ਨੇ ਯਤਨ ਕਰ ਲਿਆ, ਵੱਡੇ ਵੱਡੇ ਗਿਆਨਵਾਨ ਪੁਰਸ਼ ਯਤਨ ਕਰ ਕਰਕੇ ਹਾਰ ਗਏ। ਪਰ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਤੇਰੀ ਰਤਾ ਜਿੰਨੀ ਵੀ ਵਡਿਆਈ ਕੋਈ ਨਹੀਂ ਆਖ ਸਕਿਆ। ਸਾਡਾ ਛੁਟਕਾਰਾ ਕਿੱਥੇ ਹੈ ਫਿਰ? ਗਮਨ ਅਸੀਂ ਕਰਕੇ ਨਹੀਂ ਜਾ ਸਕਦੇ, ਡੂੰਘਾਈ ਅਸੀਂ ਨਹੀਂ ਮਾਪ ਸਕਦੇ, ਵਡਿਆਈ ਉਹਦੀ ਅਸੀਂ ਨਹੀਂ ਕਰ ਸਕਦੇ, ਤਿਲ ਜਿੰਨੀ ਵੀ ਸ਼ੋਭਾ ਅਸੀਂ ਨਹੀਂ ਗਾ ਸਕਦੇ ਉਹਦੀ। ਯਤਨ ਕਰਦੇ ਹਾਂ ਰੱਬ ਜੀ ਦੀ ਵਡਿਆਈ ਕਰਨ ਦਾ, ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਰੱਬ ਜੀ ਦੀ ਸ਼ੋਭਾ ਗਾ ਲਈਏ,
ਹੋ ਸਕਦਾ ਹੈ ਕਿ ਸਾਨੂੰ ਲੱਗਦਾ ਹੋਵੇ ਅਸੀਂ ਗਾਉਨੇ ਆ, ਰੱਬ ਜੀ ਦੇ ਗੁਣਾਂ ਨੂੰ ਗਾਇਨ ਕੀਤਾ, ਪਰ ਰੱਬ ਜੀ ਦੇ ਗੁਣਾਂ ਸਾਹਮਣੇ ਸਾਡੇ ਗਾਇਨ ਕੀਤੇ ਹੋਏ ਗੁਣ ਤਿਲ ਜਿੰਨੇ ਵੀ ਨਹੀਂ। ਤੇ ਫਿਰ ਸਾਡਾ ਛੁਟਕਾਰਾ ਕਿੱਥੇ ਹੈ? ਬਾਹਰ ਜਾਉ ਲੱਖ ਬੇਰੀਆ। ਮਤਲਬ ਇਉਂ ਕਹਿ ਲਈਏ ਕਿ ਰੱਬ ਜੀ ਤੋਂ ਜਦੋਂ ਸਤਿਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਹਾਂ ਉਦੋਂ ਮਾਲਕ ਪਾਤਸ਼ਾਹ ਇੱਥੋਂ ਤੱਕ ਵੀ ਜ਼ਿਕਰ ਕਰ ਦਿੰਦੇ, ਕੁਦਰਤ ਕਵਣ ਕਹਾ ਵੀ 4 ਵਾਰਿਆ ਨਾ ਜਾਵਾਂ, ਮੈਂ ਤੇ ਇੱਕ ਵਾਰ ਵੀ ਤੇਰੇ ਤੋਂ ਕੁਰਬਾਨ ਨਹੀਂ ਹੋ ਸਕਦਾ। ਭਲਾ ਤੇ ਇਸੇ 'ਚ ਹੀ ਹੈ, ਰੱਬ ਜੀ ਤੈਨੂੰ ਬੇਅੰਤ ਕਹਿ ਕੇ ਤੇ ਤੇਰੇ ਅੱਗੇ ਨਿਵ ਜਾਣਾ, ਇਹ ਤੋਂ ਵੱਧ ਕੇ ਸਾਡੀ ਪਾਇਆ ਨਹੀਂ। ਤੇਰੀ ਸ਼ੋਭਾ ਗਾਉਣਾ ਸਾਡੇ ਵੱਸ ਦੀ ਖੇਡ ਨਹੀਂ, ਵਡਿਆਈ ਨੂੰ ਗਾਉਣਾ ਅਸੀਂ ਤਿਲ ਜਿੰਨੀ ਵੀ ਵਡਿਆਈ ਨਹੀਂ ਗਾ ਸਕਦੇ। ਤੈਨੂੰ ਬੇਅੰਤ ਆਖਣਾ ਵੀ ਤੇਰੀ ਸ਼ਖਸੀਅਤ ਤੋਂ ਬਹੁਤ ਥੋੜਾ ਹੈ, ਪਰ ਰੱਬ ਜੀ ਇਦੋਂ ਬਿਨਾ ਸਾਡੇ ਕੋਲ ਲਫ਼ਜ਼ ਵੀ ਨਹੀਂ। ਇਸ ਕਰਕੇ ਭਲਾ ਤੇ ਇਸੇ ਵਿੱਚ ਹੀ ਹੈ ਕਿ ਅਸੀਂ ਬੇਅੰਤ ਕਹਿ ਕੇ ਹੱਥ ਜੋੜ ਉਸ ਮਾਲਕ ਅੱਗੇ ਨਿਵ ਜਾਈਏ, ਕਿਉਂਕਿ ਉਹ ਪਰਮੇਸ਼ਵਰ ਅਗੰਮ ਵੀ ਹੈ ਔਰ ਅਗਾਹ ਵੀ ਹੈ। ਸ਼ਰਮ ਪਈ ਨਾਰਾਇਣ ਹੈ। ਨਾਨਕ ਦਰ ਪਈਆ, ਕਹਿੰਦੇ ਵੀ ਜੀਵ ਇਸਤਰੀ ਉਹਦੇ ਦਰ ਤੇ ਚਲੀ ਗਈ। ਜਦੋਂ ਇਸ ਅਵਸਥਾ ਨੂੰ ਲੈ ਕੇ ਪਹੁੰਚਾਂਗੇ ਨਾ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਤੇ ਉਸ ਵਕਤ ਨਾ ਖਿਆਲ ਰੱਖੀਏ, ਫਿਰ ਤੇ ਦਰ ਪਈ ਦੀ ਲਾਜ ਰੱਖਣੀ ਪਏਗੀ ਨਾ। ਅਸੀਂ ਇਸ ਦਰ ਤੇ ਆ ਕੇ ਵੀ ਨਾ ਇਹਦੇ ਮਿਲਾਪ ਤੋਂ ਸਖਣੇ ਕਿਉਂ ਰਹਿ ਜਾਂਦੇ ਆ? ਕਾਰਨ ਕੀ ਹੈ? ਕਿੱਡੀ ਬਦਕਿਸਮਤੀ ਕਹਿ ਸਕਦੇ ਆ ਵੀ ਰੱਬ ਦੇ ਦਰ ਤੇ ਖੜੋ ਕੇ ਰੱਬ ਦੇ ਮਿਲਾਪ ਤੋਂ ਸਖਣੇ ਰਹਿ ਜਾਣਾ, ਬਦਕਿਸਮਤੀ ਹੋਈ ਹੈ। ਜਿਸ ਬੰਦੇ ਨੂੰ ਅਸੀਂ ਮਿਲਣਾ ਚਾਹੁੰਦੇ ਆ ਉਹਦੇ ਘਰ ਪਹੁੰਚ ਗਏ, ਉਹਦੇ ਘਰ ਪਹੁੰਚ ਕੇ ਉਹ ਘਰੇ ਵੀ ਬੈਠਾ ਹੈ, ਅਸੀਂ ਉਹਨੂੰ ਫਿਰ ਵੀ ਨਾ ਮਿਲ ਸਕੀਏ, ਬਦਕਿਸਮਤੀ ਹੋਈ ਹੈ। ਵੀ ਮੈਂ ਐਡਾ ਸਫ਼ਰ, ਬੰਦੇ ਨੇ 4-5 ਘੰਟੇ ਦਾ ਸਫ਼ਰ ਤੈਅ ਕੀਤਾ ਹੋਵੇ, 4-5 ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹਦੇ ਘਰ ਪਹੁੰਚਿਆ ਹੋਵੇ, ਉਹ ਘਰੇ ਵੀ ਹੋਵੇ ਤੇ ਫਿਰ ਵੀ ਉਹਦੇ ਨਾਲ ਮਿਲਾਪ ਨਾ ਹੋਵੇ, ਉਹਦੇ ਦਰਸ਼ਨ ਵੀ ਨਾ ਹੋਣ, ਬਦਕਿਸਮਤੀ ਹੋਈ ਹੈ। ਤੇ ਅਸੀਂ ਬੜੇ, ਖਿਮਾ ਕਰਿਓ ਲਫ਼ਜ਼ ਵਰਤਣ ਲੱਗਿਆਂ, ਬਦਕਿਸਮਤ ਆ ਕਿ ਇਸ ਦਰ ਤੇ ਆ ਕੇ ਵੀ ਦੀਦਾਰਾਂ ਤੋਂ ਸਖਣੇ ਰਹਿ ਜਾਈਏ। ਜੇ ਸਖਣੇ ਰਹਿ ਜਾਈਏ ਤੇ ਬਦਕਿਸਮਤ ਆ। ਸਖਣੇ ਰਹਿਣ ਦਾ ਕਾਰਨ ਕੀ ਹੈ? ਸਖਣੇ ਰਹਿਣ ਦਾ ਕਾਰਨ ਸਭ ਤੋਂ ਵੱਡਾ ਹੈ ਕਿ ਅਸੀਂ ਇੱਥੇ ਆ ਕੇ ਵੀ ਆਸ ਦੂਜਿਆਂ ਤੇ ਲਾ ਕੇ ਬਹਿ ਜਾਂਦੇ ਹਾਂ। ਇੱਥੇ ਆ ਕੇ ਵੀ ਆਸ ਅਸੀਂ ਦੂਜਿਆਂ ਤੇ ਲਾ ਕੇ ਬਹਿ ਜਾਂਦੇ। ਇੱਥੋਂ ਨਾ ਮਿਲਿਆ ਨਾ ਕੁਛ, ਉਹ ਤੇ ਹੈ ਹੀ, ਉੱਥੇ ਚਲਾ ਜਾਵਾਂਗਾ। ਬਸ ਆਹੀ ਜਿਹੜੀ ਆਸ ਹੈ ਨਾ, ਅੱਜ ਤੱਕ ਸਾਨੂੰ ਸਖਣਿਆਂ ਰੱਖ ਰਹੀ। ਅਸੀਂ ਤੇ ਇੱਥੇ ਆ ਕੇ ਇਹ ਕਹਿਣਾ ਸੀ ਵੀ ਆ ਬੈਠੇ ਆ ਤੇਰੇ ਦਰ ਤੇ, ਤੇਰਾ ਹੀ ਭਰੋਸਾ, ਤੇਰੀ ਆਸ, ਨਾ ਕੋਈ ਦੂਜਾ ਦਰ, ਨਾ ਕੋਈ ਦੂਜਾ ਘਰ। ਜਦੋਂ ਚਿੱਤ ਕੀਤਾ ਉਦੋਂ ਹੀ ਰੱਖ ਲਈ, ਪਰ ਇਹ ਨਹੀਂ ਕਿ ਤੇਰਾ ਦਰ ਛੱਡ ਕੇ ਜਾਵਾਂਗੇ। ਬਾਬਾ ਫਰੀਦ ਜੀ ਕਹਿੰਦੇ ਨਾ, ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ ਲੈ, ਜਿੰਦ ਲੈ ਲਈ, ਪਰ ਦੂਜੇ ਦੇ ਦਰ ਤੇ ਜਾਣ ਦਾ ਖਿਆਲ ਵੀ ਅੰਦਰ ਨਾ ਆਉਣ ਦੇਈ। ਸ਼ਰਮ ਪਈ ਨਾਰਾਇਣ ਹੈ। ਨਾਨਕ ਦਰ ਪਈ ਆਹ, ਜਦੋਂ ਉਸ ਮਾਲਕ ਦੇ ਦਰ ਤੇ ਪੈ ਗਏ ਨਾ, ਫਿਰ ਦਰ ਉੱਤੇ ਜਦੋਂ ਢੀਠ ਬਣ ਕੇ ਪੈ ਗਏ, ਉਹਨੂੰ ਸ਼ਰਮ ਰੱਖਣੀ ਪਈ, ਉਹਨੂੰ ਲਾਜ ਰੱਖਣੀ ਪਈ।
ਉਹਨੂੰ ਖੁਦ ਨਾਰਾਇਣ ਨੂੰ ਸਾਡੀ ਲੱਜਾ ਪਾਲਣੀ ਪਈ, ਸਾਡੀ ਸ਼ਰਮ ਰੱਖਣੀ ਪਈ, ਆਪਣਾ ਸੁਭਾਅ ਪਾਲਣਾ ਪਿਆ। ਜਦੋਂ ਇੱਕ ਮੰਗਣ ਵਾਲਾ ਆ ਕੇ ਬਹਿ ਜਾਏ, ਅਸੀਂ ਲੱਖ ਮੰਦਾ ਆਖੀਏ, ਧੱਕੇ ਵੀ ਮਾਰੀਏ, ਉਹ ਮੁੜ ਕੇ ਫਿਰ ਆ ਕੇ ਬਹਿ ਜਾਏ, ਫਿਰ ਸੋਚੀਦਾ ਵੀ ਚੱਲ ਦੇ ਦਿਓ, ਪਾ ਦਿਓ ਖੈਰ, ਭਾਵੇਂ ਅਸੀਂ ਰੁਪਈਆ ਉਹਦੀ ਤਲੀ ਤੇ ਰੱਖੀਏ ਤੇ ਭਾਵੇਂ ਇੱਕ ਪ੍ਰਸ਼ਾਦਾ ਹੀ ਉਹਦੀ ਤਲੀ ਤੇ ਰੱਖੀਏ, ਪਰ ਅਸੀਂ ਕਿਤੇ ਨਾ ਕਿਤੇ ਜਾ ਕੇ ਮੈਲਟ ਆਪਣੇ ਆਪ ਨੂੰ ਕਰ ਲੈਨੇ ਆ ਵੀ ਚੱਲ ਖੈਰ ਪਾਓ ਇਹਦੀ ਝੋਲੀ ਵਿੱਚ। ਤੇ ਇਸ ਦਰ ਨੇ ਸਿਖਾਇਆ ਕਿ ਉਸ ਰੱਬ ਅੱਗੇ ਝੋਲੀ ਅੱਡ ਕੇ ਉਹਦੇ ਕੋਲੋਂ ਖੈਰ ਮੰਗਿਆ ਕਰ। ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਅੱਡ ਕੇ ਤੇ ਬਹਿ ਝੋਲੀ। ਤੂੰ ਤੇ ਮੰਗਤਾ ਬਣ ਕੇ ਵੀ ਆਇਆ, ਮੰਗਤਾ ਬਣ ਕੇ ਦਰਵਾਜ਼ਾ ਖੜਕਾਇਆ, ਉਸ ਰੱਬ ਜੀ ਨੇ ਅਜੇ ਤੱਕ ਦਰ ਖੋਲਿਆ ਨਹੀਂ, ਤੂੰ ਆਸ ਲਾ ਕੇ ਬੈਠਾ ਇਹ ਨਹੀਂ ਦੂਜੇ ਦਰ ਤੇ ਚਲਾ ਜਾਵਾਂਗਾ। ਤੇਰੀ ਮੂਰਖਤਾ ਹੀ ਹੈ, ਕਿਉਂਕਿ ਇਸ ਦਰ ਤੋਂ ਬਿਨਾਂ ਦੂਜਾ ਦਰ ਕੋਈ ਨਹੀਂ, ਇਸ ਘਰ ਤੋਂ ਬਿਨਾਂ ਦੂਜਾ ਘਰ ਕੋਈ ਨਹੀਂ। ਬਸ ਇੱਥੇ ਕਿਤੇ ਬਿਲਕੁਲ ਲੱਜਾ ਛੱਡ ਕੇ ਢੀਠ ਬਣ ਕੇ ਬਹਿ ਜਾ, ਉਹ ਲਾਜ ਵੀ ਰੱਖਦਾ, ਪੱਤ ਵੀ ਰੱਖਦਾ ਤੇ ਆਪਣੇ ਸੁਭਾਅ ਦੀ ਪਾਲਣਾ ਵੀ ਕਰਦਾ। ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆ। ਸਤਿਗੁਰੂ ਕਹਿੰਦੇ ਦਰ ਉੱਤੇ ਪਈ ਇਸਤਰੀ ਦੀ ਫਿਰ ਉਹ ਲਾਜ ਰੱਖ ਲੈਂਦਾ ਹੈ। ਭੂਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਤੁਖਾਰ ਤੋਂ ਚੱਲੇ ਸਾਂ ਸਿਰਫ ਵਿਆਪੇ ਨਾ, ਮਤਲਬ ਪਾਲਾ ਨਾ ਵਿਆਪੇ, ਇੱਥੋਂ ਤੁਰੇ ਸਾਂ। ਪਾਲਾ ਵਿਕਾਰਾਂ ਰੂਪੀ ਜ਼ਿੰਦਗੀ, ਦੁੱਖ ਨਾ ਭੋਗਣੇ ਪੈਣ, ਸੁੱਖਾਂ ਦੀ ਆਸ ਲੈ ਕੇ ਤੁਰੇ ਸਾਂ। ਮਾਲਕ ਜੀ ਕਹਿੰਦੇ ਜੇ ਕਿਤੇ ਰੱਬ ਜੀ ਮਿਲ ਗਏ ਨਾ, ਫਿਰ ਚੇਤਾ ਰੱਖੀਏ ਭਲੀਏ ਜੀ ਵਿਸਤਰੀਏ, ਪੋਖ ਸੁਹੰਦਾ ਸਰਬ ਸੁਖ, ਸਾਰੇ ਸੁੱਖਾਂ ਵਾਲਾ ਬਣ ਜਾਣਾ। ਇਹੋ ਸਮਾਂ ਤੇਰੇ ਲਈ ਜਿਸ ਬਖਸ਼ੇ ਬੇਪਰਵਾਹ, ਜਿਨ੍ਹਾਂ ਨੂੰ ਉਹ ਬੇਪਰਵਾਹ ਬਖਸ਼ ਲੈਂਦਾ ਹੈ, ਉਹਨਾਂ ਦੇ ਲਈ ਹਰ ਵੇਲਾ ਹਰ ਸਮਾਂ ਸੁੱਖਾਂ ਭਰਿਆ, ਸੋਹਣਾ ਭਾਗਾਂ ਭਰਿਆ ਬਣ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਿਤੇ ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ। ਅਸੀਂ ਵੀ ਆਪਣੀਆਂ ਜ਼ਿੰਦਗੀਆਂ ਵਿੱਚ ਉਸ ਮਾਲਕ ਪਰਮੇਸ਼ਵਰ ਰੂਪ ਪਤੀ ਦਾ ਆਸਰਾ ਲੈ ਲਈਏ, ਤਾਂ ਜੋ ਉਹਦੇ ਸਹਾਰੇ, ਉਹਦੇ ਆਸਰੇ ਸਦਕਾ ਸਾਡਾ ਵੀ ਇਹ ਸਮਾਂ, ਇਹ ਵੇਲਾ ਸੁਹਾਵਾ, ਸੋਹਣਾ, ਸੁੱਖਾਂ ਵਾਲਾ ਬਣ ਜਾਏ। ਤੇ ਸੁੱਖਾਂ ਵਾਲਾ ਸਮਾਂ ਬਤੀਤ ਕਰਦੇ ਹਾਂ, ਉਸ ਮਾਲਕ ਨਾਲ ਸਾਡਾ ਪ੍ਰੇਮ ਔਰ ਪ੍ਰੀਤ ਬਣੀ ਰਹੇ, ਤਾਂ ਜੋ ਅਸੀਂ ਆਪਣੇ ਜੀਵਨਾਂ ਨੂੰ ਸਫਲ ਕਰਕੇ ਸੰਸਾਰ ਤੋਂ ਜਾਈਏ। ਸਾਹਿਬ ਅੱਗੇ ਉਹਦੀ ਬੰਦਗੀ ਦੀ ਅਰਜ਼ੋਈ, ਉਸ ਮਾਲਕ ਦੇ ਅੱਗੇ ਉਹਦੇ ਕੋਲੋਂ ਉਹਦੇ ਨਾਮ ਦੀਆਂ ਦਾਤਾਂ ਨਿਤਾ ਪ੍ਰਤੀ ਅਸੀਂ ਮੰਗਦੇ ਰਿਹਾ ਕਰੀਏ। ਕਿਤੇ ਨਾ ਕਿਤੇ ਤੇ ਮਾਲਕ ਸਾਡੀ ਝੋਲੀ ਵਿੱਚ ਦਾਤ ਪਾਉਣਗੇ, ਪਰ ਸਾਡਾ ਫਰਜ਼ ਬਣਦਾ ਉਸ ਦਰ ਤੇ ਬੈਠ ਕੇ ਆਖਦੇ ਰਹਿਣਾ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰਨਾ ਹੀ ਦਾਤਾਰ,
ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਆਪਣੇ ਨਾਮ ਦੀਆਂ ਦਾਤਾਂ ਨਾਲ ਭਰ ਦੇਣ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਦਰੋਂ ਕਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਮਲਕ ਪਾਤਸ਼ਾਹ ਜੀ ਦੇ ਬਚਨ ਹਿਰਦੇ ਵਿੱਚ ਵਸਾ ਲਈਏ। ਸਰਮ ਪਈ ਨਾਰਾਇਣ, ਨਾਨਕ ਦਰ ਪਈਆਹ। ਭੁਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।